मैं हाँ बलिंदर सिंह बिरमानी तो तुसी वेख रहे हो नॉर्थ अमेरिका ट्रकिंग शो। पिछले कुछ समय तो अमेरिकन ट्रकिंग इंडस्ट्री ਨਾਲ ਸੰਬੰਧਤ ਪੰਜਾਬੀ ਭਾਈਚਾਰੇ ਲਈ ਮਾੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਜੀ ਹਾਂ, ਅਗਸਤ ਅਤੇ ਸਤੰਬਰ ਦੇ ਪਿਛਲੇ ਮਹੀਨਿਆਂ ਦੌਰਾਨ ਹੁਣ ਤੱਕ ਅਮਰੀਕਾ ਦੀਆਂ ਸੜਕਾਂ ਤੇ ਕਈ ਪੰਜਾਬੀ ਟਰੱਕ ਡਰਾਈਵਰ ਟਰੱਕ ਹਾਦਸੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ। ਹੁਣ ਇੱਕ ਵਾਰ ਫੇਰ ਵੱਡਾ ਹਾਦਸਾ ਬੀਤੇ ਹਫਤੇ ਹੀ ਸਾਹਮਣੇ ਆਇਆ। 5 ਸਤੰਬਰ ਨੂੰ ਨਿਊ ਮੈਕਸੀਕੋ ਸਟੇਟ ਵਿੱਚ ਹਾਈਵੇ 40 ਈਸਟ ਬਾਉਂਡ ਮੀਲ ਮਾਰਕਰ 112 ਦੇ ਨੇੜੇ ਭਿਆਨਕ ਟਰੱਕ ਹਾਦਸਾ ਵਾਪਰ ਗਿਆ, ਜਿਸ ਵਿੱਚ ਫ੍ਰੈਸਨੋ ਦੇ ਰਹਿਣ ਵਾਲੇ 45 ਸਾਲਾਂ ਦੇ ਸੁਖਵਿੰਦਰ ਸਿੰਘ ਟਿਵਾਣਾ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫ੍ਰੀਵੇ 40 ਤੇ ਰੋਡ ਵਰਕ ਕਾਰਨ ਟ੍ਰੈਫਿਕ ਰੁਕਿਆ ਹੋਇਆ ਸੀ, ਪਰ ਇਸ ਦੌਰਾਨ ਸੁਖਵਿੰਦਰ ਸਿੰਘ ਟਿਵਾਣਾ ਆਪਣਾ ਟਰੱਕ ਰੋਕਣ ਵਿੱਚ ਅਸਫਲ ਰਹੇ ਅਤੇ ਫਿਰ ਅੱਗੇ ਖੜੇ ਟ੍ਰੇਲਰ ਵਿੱਚ ਜਾ ਟਕਰਾਏ ਅਤੇ ਫਿਰ ਟਰੱਕ ਦੂਜੀ ਸਾਈਡ ਤੇ ਪਲਟ ਗਿਆ, ਜਿਸ ਕਾਰਨ ਟਰੱਕ ਦੇ ਡੀਜ਼ਲ ਟੈਂਕ ਦੇ ਫਟਣ ਕਾਰਨ ਟਰੱਕ ਨੂੰ ਭਿਆਨਕ ਅੱਗ ਦੀਆਂ ਲਪਟਾਂ ਨੇ ਘੇਰ ਲਿਆ। ਹਾਦਸੇ ਤੋਂ ਬਾਅਦ ਸੁਖਵਿੰਦਰ ਸਿੰਘ ਟਿਵਾਣਾ ਸਟੀਅਰਿੰਗ ਵੀਲ ਅਤੇ ਫਿਰ ਸੀਟ ਦੇ ਵਿਚਕਾਰ ਹੀ ਫਸ ਗਏ ਅਤੇ ਫਿਰ ਬਾਹਰ नहीं निकल पाए, जिस कारण उन्हां दी मौत हो गई। सुखविंदर सिंह टिवाणा पिछले 18-19 सालों तो ट्रकिंग बिजनेस विच सन ਅਤੇ ਫਿਰ ਜੋਤ ट्रकिंग ਦੇ ਨਾਂ ਹੇਠ ਆਪਣੀ ਕੰਪਨੀ ਵੀ ਚਲਾ ਰਹੇ ਸਨ। ਹਾਦਸੇ ਵਾਲੇ ਦਿਨ ਉਹ ਟਰੱਕ ਖੁਦ ਚਲਾ ਰਹੇ ਸਨ ਅਤੇ ਫਿਰ ਅਚਾਨਕ ਹੀ ਹਾਦਸਾ ਵਾਪਰ ਗਿਆ। ਆਪਣੇ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਸਵਰਗੀ ਸੁਖਵਿੰਦਰ ਸਿੰਘ ਟਿਵਾਣਾ ਜੀ ਨੂੰ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੀ ਪੂਰੀ ਟੀਮ ਵੱਲੋਂ ਭਾਵਭੀਨੀ ਸ਼ਰਧਾਂਜਲੀ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਡੇ ਟਰੱਕ ਚਲਾਉਣ ਵਾਲੇ ਵੀਰ ਆਪਣਾ इस काम दौरान ज्यादा तो ज्यादा सावधानियां वरतन ताजो अजे हादसे मुड़ तो ना वापरन। सो आज ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਟਰੱਕ ਡਰਾਈਵਰ ਅਜੇ ਹਾਦਸਿਆਂ ਤੋਂ ਬਚ ਸਕਦੇ ਨੇ, ਕੰਪਨੀ ਪੱਧਰ ਤੇ ਕਿਸ ਤਰ੍ਹਾਂ ਦੇ ਕਦਮਾਂ ਨੂੰ ਚੁੱਕਣ ਦੀ ਅੱਜ ਦੇ ਸਮੇਂ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਨਾਲ ਹੀ ਤੁਹਾਡੇ ਵੱਲੋਂ ਭੇਜੇ ਗਏ ਸਵਾਲਾਂ ਦਾ ਅਸੀਂ ਜਵਾਬ ਵੀ ਦੇਵਾਂਗੇ। ਸੋ ਆਓ ਸ਼ੁਰੂ ਕਰਦੇ ਹਾਂ ਆਪਣਾ ਪ੍ਰੋਗਰਾਮ ਨਾਰਥ ਅਮਰੀਕਾ ਟਰਕਿੰਗ ਸ਼ੋ। ਸੋ ਹਮੇਸ਼ਾ ਦੀ ਤਰ੍ਹਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਮੇਰੇ ਨਾਲ ਮੌਜੂਦ ਨੇ ਸਰਦਾਰ ਰਜਿੰਦਰ ਸਿੰਘ ਟਾਂਡਾ ਸਾਹਿਬ, ਜੋ ਕਿ ਗਲੋਬਲ ਟਰੱਕ ਪਰਮਿਟ ਦੇ ਓਨਰ ਨੇ। ਇਸ ਤੋਂ ਇਲਾਵਾ ਟਰੱਕ ਪਰਮਿਟ ਦੀ ਲੋੜ ਹੋਵੇ ਜਾਂ ਫਿਰ ਟਰੱਕ ਲਾਇਸੈਂਸ ਪਲੇਟ ਸੀ ਕੰਪਲਾਇੰਸ ਸਰਵਿਸਿਜ਼ ਵਿੱਚ ਪਿਛਲੇ ਤਕਰੀਬਨ 15 ਸਾਲਾਂ ਤੋਂ ਪੰਜਾਬੀ ਭਰਾਵਾਂ ਦੀ ਲਗਾਤਾਰ ਸੇਵਾ ਕਰ ਰਹੇ ਨੇ ਸਰਦਾਰ ਰਜਿੰਦਰ ਸਿੰਘ ਟਾਂਡਾ ਸਾਹਿਬ। ਟਾਂਡਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਇਸ ਖਾਸ ਪ੍ਰੋਗਰਾਮ ਵਿੱਚ ਤੁਹਾਡਾ। ਬਲਿੰਦਰ ਸਿੰਘ ਜੀ, ਤੁਹਾਡਾ ਔਰ ਤੁਹਾਡੀ ਸਾਰੀ ਚੜ੍ਹਦੀ ਕਲਾ ਟਾਈਮ ਟੀਵੀ ਟੀਮ ਦਾ ਔਰ ਸਾਰੇ ਸੁਣਨ ਵਾਲੇ ਦਰਸ਼ਕਾਂ ਦਾ ਮੈਂ ਤਹਿ ਦਿਲੋਂ ਮਸ਼ਕੂਰ ਹਾਂ ਜੀ। ਸੋ ਜਿਵੇਂ ਅੱਜ ਅਸੀਂ ਗੱਲ ਕਰ ਰਹੇ ਹਾਂ ਟਾਂਡਾ ਸਾਹਿਬ ਹਾਦਸਿਆਂ ਦੀ, ਕਿਉਂਕਿ ਲਗਾਤਾਰ ਸਾਡੇ ਸਾਹਮਣੇ ਮਾੜੀਆਂ ਖਬਰਾਂ ਆ ਰਹੀਆਂ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੱਡੀ ਗਿਣਤੀ ਵਿੱਚ ਟਰੱਕ ਨਾਲ ਜੁੜੇ ਕਾਰੋਬਾਰ ਕਾਰਨ ਲੋਕਾਂ ਨੇ ਬਹੁਤ ਵੱਡੀਆਂ ਤਰੱਕੀਆਂ ਕੀਤੀਆਂ ਨੇ। ਇਸ ਖਿੱਤੇ ਵਿੱਚ ਵੱਡੀਆਂ ਮੱਲਾਂ ਵੀ ਮਾਰੀਆਂ ਨੇ, ਰੰਗ ਤੋਂ ਰਾਜਾ ਬਣੇ ਨੇ। ਪਰ ਇਸ ਵਿੱਚ ਵੀ ਕੋਈ ਅਤਕਥਿਤ ਨਹੀਂ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਕਿ ਟਰੱਕ ਨਾਲ ਸੰਬੰਧਿਤ ਹਾਦਸਿਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋਇਆ, ਜਿਸ ਵਿੱਚ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ, ਕਈ ਘਰ ਬਰਬਾਦ ਹੋ ਗਏ। ਭਾਵੇਂ ਵੱਖ-ਵੱਖ ਕਾਰਨ ਜ਼ਰੂਰ ਦੱਸੇ ਜਾਂਦੇ ਨੇ ਇਹਨਾਂ ਹਾਦਸਿਆਂ ਦੇ ਪਿੱਛੇ, ਪਰ ਵੱਡੇ ਕਾਰਨ ਜੇਕਰ ਉਹਦੇ ਵੱਲ ਝਾਤ ਮਾਰੀਏ ਤਾਂ ਤੁਸੀਂ ਕੀ ਮੰਨਦੇ ਹੋ ਇਹਨਾਂ ਹਾਦਸਿਆਂ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ? ਬਲਿੰਦਰ ਸਿੰਘ ਜੀ, ਬਿਲਕੁਲ ਬੜਾ ਹੀ ਇਹ ਦੁਖਦਾਈ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਹਨ ਪਿਛਲੇ ਕੁਝ ਮਹੀਨਿਆਂ ਤੋਂ। ਵੈਸੇ ਤਾਂ ਇਹਨਾਂ ਦੀ ਸ਼ੁਰੂਆਤ ਜਿਹੜੀ ਹੈ ਕੋਈ ਕੁਝ ਸਾਲਾਂ ਤੋਂ ਸ਼ੁਰੂ ਹੋ ਚੁੱਕੀ ਸੀ, ਔਰ ਪਰ ਪਿਛਲੇ 2-3 ਮਹੀਨਿਆਂ ਤੋਂ ਜਿਵੇਂ ਬਹੁਤ ਹੀ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ, ਉਹਦੇ ਨਾਲ ਜਿਹੜਾ ਸਾਡੀ ਸਾਰੀ ਕਮਿਊਨਿਟੀ ਆ ਜਾਂ ਪੰਜਾਬੀ ਭਾਈਚਾਰਾ, ਖਾਸ ਕਰ ਜਿਹੜਾ ਟਰਕਿੰਗ ਭਾਈਚਾਰਾ, ਉਹ ਬਹੁਤ ਬੁਰੀ ਤਰ੍ਹਾਂ ਹਿੱਲ ਗਿਆ। ਔਰ ਜਿਹੜੇ ਇਸ ਖਿੱਤੇ ਦੇ ਨਾਲ ਜਾਂ ਇਸ ਕੰਮ ਦੇ ਨਾਲ ਜਾਂ ਇਸ ਭਾਈਚਾਰੇ ਦੇ ਨਾਲ ਸਿੱਧੇ ਤੌਰ ਤੇ ਕੋਈ ਸੰਜੀਦਾ ਰੂਹਾਂ ਜੁੜੀਆਂ ਹਨ ਜਾਂ ਸੰਜੀਦਾ ਲੋਕ ਜੁੜੇ ਹਨ, ਉਹਨਾਂ ਵਾਸਤੇ ਇੱਕ ਬਹੁਤ ਹੀ ਵੱਡਾ ਕਹਿ ਲਓ ਕਿ ਇੱਕ ਟੌਪਿਕ ਵੀ ਹੈ, ਇਸ ਵੇਲੇ ਡਿਸਕਸ਼ਨ ਦਾ ਟੌਪਿਕ ਬਣ ਚੁੱਕਾ ਹੈ ਕਿ ਕੀ ਕੀਤਾ ਜਾਵੇ ਕਿ ਇਹਨਾਂ ਹਾਦਸਿਆਂ ਨੂੰ ਰੋਕਿਆ ਜਾਵੇ, ਜਾਂ ਜੇਕਰ ਰੋਕਿਆ ਨਹੀਂ ਜਾਵੇ ਤਾਂ ਘੱਟੋ ਘੱਟ ਇਹਨਾਂ ਬਾਰੇ ਗੱਲਬਾਤ ਜ਼ਰੂਰ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦਾ ਕੋਈ ਫਰਕ ਦਿਖਾਈ ਦੇਵੇ। ਬਿਲਕੁਲ, ਮੈਂ ਸਮਝਦਾ ਕਿ ਜਿੱਥੇ ਤੱਕ ਸਵਾਲ ਇਹ ਹਾਦਸਿਆਂ ਦਾ ਵਧਣ ਦਾ ਹੈ, ਪਿਛਲੇ ਕੋਈ ਜਦੋਂ ਡਾਟਾ ਅਸੀਂ ਦੇਖਦੇ ਹਾਂ ਤੇ ਕੋਈ 2010 ਜਾਂ 11 ਤੋਂ ਜਿਹੜੇ ਫੈਡਰਲ ਮੋਟਰ ਕੈਰੀਅਰ ਦੇ ਜਿਹੜੇ ਡਾਟਾ ਹਨ ਐਕਸੀਡੈਂਟ ਬਾਰੇ ਜਾਂ ਜਿਹੜੀਆਂ ਨੰਬਰ ਆਫ ਡੈਥ ਔਨ ਦਾ ਰੋਡ ਹਨ, ਉਹ ਬਹੁਤ ਤੇਜ਼ੀ ਨਾਲ ਕੋਈ ਕਰੀਬ 87% ਜਿਹੜੀਆਂ ਉਹ ਵੱਧ ਚੁੱਕੀਆਂ ਪਿਛਲੇ 10 ਸਾਲਾਂ ਦੇ ਵਿੱਚ। ਮੈਂ ਮੋਟੇ ਰੂਪ ਦੇ ਵਿੱਚ ਜਿਹੜਾ ਇਹਦਾ ਕਾਰਨ ਦੇਖ ਰਿਹਾ ਹਾਂ, ਉਹ ਸੋਸ਼ਲ ਮੀਡੀਆ ਜਾਂ ਫੋਨ ਦੀ ਜਿਹੜੀ ਦੁਰਵਰਤੋਂ ਟਰੱਕ ਚਲਾਉਂਦੇ ਦੌਰਾਨ ਸਾਡੇ ਭਾਈਚਾਰੇ ਵਿੱਚ, ਖਾਸ ਕਰਕੇ ਪਿਛਲੇ 4-5 ਸਾਲ ਤੋਂ ਜਦੋਂ ਤੋਂ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਜਿਹੜੀਆਂ ਹੈਗੀਆਂ
ਉਹਦੇ ਤਹਿਤ ਲੜਕੇ ਜਿਹੜੇ ਇੱਥੇ ਪਿਛਲੇ 2013 14 15 ਤੋਂ ਬਾਅਦ ਜਦੋਂ ਆਏ ਹੈ ਤਾਂ ਕਿਸੇ ਹੱਦ ਤੱਕ ਉਹ ਇਹਨਾਂ ਟੈਕਨੋਲੋਜੀ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਆ, ਜਾਂ ਮੈਂ ਜ਼ਿਆਦਾ ਯੂਜ਼ ਨਹੀਂ ਕਰਦੇ ਕਹਾਂਗਾ, ਮੈਂ ਕਹਾਂਗਾ ਇਹਦੀ ਬਹੁਤ ਬੁਰੀ ਤਰ੍ਹਾਂ ਦੁਰਵਰਤੋਂ ਕਰਦੇ ਆ, ਜਿਹੜੀ ਕਿ ਇੱਕ ਬਹੁਤ ਹੀ ਖਤਰਨਾਕ ਸਾਬਤ ਹੋ ਰਹੀ ਹੈ ਔਰ ਕਮਿਊਨਿਟੀ ਨੂੰ ਇਹ ਸਿਰ ਜੋੜ ਕੇ ਸੋਚਣ ਲਈ ਮਜਬੂਰ ਕਰ ਰਹੀ ਹੈ ਕਿ ਅਸੀਂ ਕਿਵੇਂ ਇਸ ਚੀਜ਼ ਨੂੰ ਪਲਾਨ ਕਰਨਾ ਹੈ, ਕਿਵੇਂ ਇਸ ਚੀਜ਼ ਤੋਂ ਬਾਹਰ ਆਉਣਾ ਹੈ। ਔਰ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਉਹ ਸੋਸ਼ਲ ਮੀਡੀਆ ਹੈ, ਜਿਹੜਾ ਕਿ ਲੜਕੇ ਅੱਜ ਕੱਲ੍ਹ WhatsApp ਔਰ ਇੱਥੋਂ ਤੱਕ ਕਿ ਬਹੁਤ ਸਾਰੇ ਬੱਚੇ ਜਿਹੜੇ ਆ ਉਹ YouTube ਦੇ ਉੱਤੇ ਮੂਵੀਜ਼ ਜਿਹੜੀਆਂ ਹੈਗੀਆਂ ਉਹ ਵੀ ਦੇਖ ਰਹੇ ਆ ਆਪਣੇ ਡਿਊਰਿੰਗ ਟਰੱਕ ਡਰਾਈਵਿੰਗ। 80,000 ਪਾਉਂਡ ਜਨਰਲੀ ਟਰੱਕ ਦਾ weight ਹੁੰਦਾ ਇੱਥੇ, ਗ੍ਰੋਸ weight ਜਿਹੜਾ ਹੈਗਾ ਇਨਕਲੂਡਿੰਗ ਟਰੱਕ ਔਰ ਕਾਰਗੋ ਦੇ ਇਨਕਲੂਡਿੰਗ 80,000 weight ਜਿਹੜਾ ਕਿ ਕਰੀਬ 40 ਟਨ ਬਣਦਾ। ਸੋ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਟਰੱਕਾਂ ਦੇ ਮੁਕਾਬਲੇ ਸਾਡੇ ਇੱਥੇ ਭਾਰ ਜਿਹੜਾ ਆ ਉਹ ਕਰੀਬ 2.5-3 ਗੁਣਾ ਜਾਂ 4 ਗੁਣਾ ਜ਼ਿਆਦਾ ਹੁੰਦਾ। ਸਾਡੇ ਇੰਡੀਆ ਦੇ ਵਿੱਚ 7-8 ਟਨ 10 ਟਨ ਜਾਂ 12 ਟਨ ਆਮ ਭਾਰ ਹੁੰਦਾ, ਸਾਡੇ ਇੱਥੇ ਅਰਾਊਂਡ ਜਿਹੜਾ ਟੋਟਲ ਭਾਰ ਹੈ ਉਹ 40 ਟਨ ਦੇ ਕਰੀਬ ਹੁੰਦਾ। ਔਰ ਸਪੀਡ ਜਿਹੜੀ ਹੈ ਉਹ ਸਾਡੇ ਹਿੰਦੁਸਤਾਨ ਦੇ ਮੁਕਾਬਲੇ ਜਿਹੜੀ ਆ ਆਲਮੋਸਟ 2.5 ਗੁਣਾ ਜ਼ਿਆਦਾ ਹੁੰਦੀ ਹੈ। ਕੈਲੀਫੋਰਨੀਆ ਤੋਂ ਅਗਰ ਅਸੀਂ ਬਾਹਰ ਜਾਂਦੇ ਹਾਂ ਤੇ ਕਰੀਬ 75 ਮਾਈਲ ਜਿਹੜਾ ਕਿ ਅਰਾਊਂਡ 118-20 ਕਿਲੋਮੀਟਰ ਜਿਹੜੇ ਬਣਦੇ ਆ, ਉਹ 2.5-3 ਗੁਣਾ ਸਪੀਡ ਜਿਹੜੀ ਆ। ਜਦੋਂ ਇੰਨੀ ਤੇਜ਼ ਸਪੀਡ ਦੇ ਨਾਲ ਔਰ ਇੰਨੇ weight ਲੈ ਕੇ ਟਰੱਕ ਚੱਲਦੇ ਆ ਤਾਂ ਇੰਪੈਕਟ ਜਿਹੜਾ ਆ ਜਾਂ ਮੋਮੈਂਟਮ ਜਿਹੜਾ ਹੈਗਾ ਆ ਟਰੱਕਾਂ ਦਾ ਉਹ ਬਹੁਤ ਕਈ ਗੁਣਾ ਜ਼ਿਆਦਾ ਹੁੰਦਾ। ਔਰ ਇਸ ਗੱਲ ਨੂੰ ਡਰਾਈਵਰ ਭਰਾ ਜਿਹੜੇ ਆ ਉਹ ਸਮਝ ਨਹੀਂ ਰਹੇ, ਉਹ ਬੱਚੇ ਆ ਔਰ ਉਹਨਾਂ ਦੀ ਟ੍ਰੇਨਿੰਗ ਪ੍ਰੋਪਰ ਨਹੀਂ ਹੈ ਔਰ ਤੋਂ ਲਾਪਰਵਾਹੀ ਜਿਹੜੀ ਹੈ ਉਹ ਇੱਕ ਬੜਾ ਵੱਡਾ ਕਾਰਨ ਹੈ। ਇਹਦੇ ਪਿੱਛੇ ਬਹੁਤ ਵੱਡੇ ਕਾਰਨ ਆ ਸੋਸ਼ਲ ਮੀਡੀਆ, ਟ੍ਰੇਨਿੰਗ ਦਾ ਪ੍ਰੋਪਰ ਨਾ ਹੋਣਾ, ਉਹ ਇੱਕ ਬੜਾ ਵੱਡਾ ਰੀਜ਼ਨ ਹੈ। ਸੋ ਕਿਸੇ ਹੱਦ ਤੱਕ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਦੀਆਂ ਬਹੁਤ ਵੱਡੀਆਂ ਅਣਗਹਿਲੀਆਂ ਡਰਾਈਵਰ ਹਾਇਰਿੰਗ ਕਰਨ ਵੇਲੇ, ਜਾਂ ਕੰਪਨੀ ਦੀਆਂ ਪਾਲਿਸੀ ਜਿਹੜੀਆਂ ਉਹ ਉਨੀਆਂ ਸਟਰੋਂਗ ਨਹੀਂ ਹਨ ਕਿ ਜਿਹੜੀਆਂ ਇਹਨਾਂ ਹਾਦਸਿਆਂ ਨੂੰ ਰੋਕਣ ਵਿੱਚ ਮਦਦ ਕਰ ਸਕਣ। ਸੋ ਕੁੱਲ ਮਿਲਾ ਕੇ ਇਹ ਬਹੁਤ ਸਾਰੇ ਕਾਰਨ, ਟਰੱਕਾਂ ਦੀ ਮੇਨਟੇਨੈਂਸ ਹੈ, ਸਕੂਲਾਂ ਦਾ ਵਿੱਚ ਪ੍ਰੋਪਰ ਟ੍ਰੇਨਿੰਗ ਨਾ ਹੋਣਾ, ਸੋਸ਼ਲ ਮੀਡੀਆ ਦੀ ਬਹੁਤ ਹੀ ਬੁਰੀ ਤਰ੍ਹਾਂ ਦੁਰਵਰਤੋਂ ਜਿਹੜੀ ਹੈ, ਔਰ ਇਹਦੇ ਨਾਲ ਜਿਹੜਾ ਕਿ ਟਰੱਕਿੰਗ ਕੰਪਨੀਆਂ ਦੀ ਜਿਹੜੀ ਹਾਇਰਿੰਗ ਪਾਲਿਸੀ ਹੈ ਉਹਦੇ ਵਿੱਚ ਬੜੀਆਂ ਵੱਡੀਆਂ ਕਮੀਆਂ ਹੋਣ ਕਾਰਨ ਜਾਂ ਉਹਦੇ ਵਿੱਚ ਨਜਾਇਜ਼ ਤੇਜ਼ੀ ਹੋਣ ਕਾਰਨ ਮੈਂ ਸਮਝਦਾ ਕਿ ਇਹ ਹਾਦਸੇ ਜਿਹੜੇ ਆ ਇਹ ਵਾਪਰ ਰਹੇ ਆ ਔਰ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ। ਬਿਲਕੁਲ ਤੁਸੀਂ ਠੀਕ ਕਿਹਾ ਕਿ ਸੋਸ਼ਲ ਮੀਡੀਆ ਜਿਹੜੀ ਹੈਗੀ ਹੈ ਬਹੁਤ ਵੱਡਾ ਇੱਕ ਕਾਰਨ ਜ਼ਰੂਰ ਮੰਨਿਆ ਜਾ ਸਕਦਾ ਹੈ। ਸਿਰਫ ਟਰੱਕ ਹਾਦਸੇ ਨਹੀਂ ਬਲਕਿ ਹੋਰ ਜਿਹੜੇ ਹਾਦਸੇ ਹੁੰਦੇ ਨੇ ਸੜਕ ਹਾਦਸਿਆਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਜਿਹੜਾ ਮੋਬਾਈਲ ਦੀ ਜਿਹੜੀ ਦੁਰਵਰਤੋਂ ਹੈਗੀ ਹੈ ਇਹ ਸਭ ਤੋਂ ਇੱਕ ਮੇਜਰ ਕਾਰਨ ਜ਼ਰੂਰ ਹੈਗਾ, ਕਿਉਂਕਿ ਲੋਕੀ ਬਿਨਾਂ ਸੋਚਿਆ ਸਮਝੇ ਫੋਨ ਦੀ ਦੁਰਵਰਤੋਂ ਕਰਦੇ ਨੇ, ਫੋਨ ਦਾ ਇਸਤੇਮਾਲ ਕਰਦੇ ਨੇ, ਨਾ ਸਿਰਫ ਫੋਨ ਕਾਲਸ ਕਰਦੇ ਨੇ ਬਲਕਿ ਮੂਵੀਜ਼ ਦੇਖਦੇ ਨੇ, ਗਾਣੇ ਦੇਖਦੇ ਨੇ, ਜਾਂ ਫਿਰ ਵੀਡੀਓ, ਅੱਜ ਕੱਲ ਤਾਂ ਵੀਡੀਓ ਕਾਲ ਵੀ ਅੱਜ ਕੱਲ ਲੋਕੀ ਕਰਦੇ ਨੇ ਕਿ ਉਹ ਵੀ ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਕਰਦੇ ਨੇ, ਕਿਉਂਕਿ ਲੋਕਾਂ ਨੂੰ ਦਿਖਾਣਾ ਚਾਹੁੰਦੇ ਨੇ ਕਿ ਦੇਖੋ ਮੈਂ ਡਰਾਈਵਿੰਗ ਵੀ ਕਰ ਰਿਹਾ, 200 ਦੀ ਸਪੀਡ ਤੇ ਜਾ ਰਿਹਾ ਔਰ ਦੇਖੋ ਮੈਂ ਤੁਹਾਡੇ ਨਾਲ ਗੱਲਬਾਤ ਵੀ ਕਰ ਰਿਹਾ। ਸੋ ਵਾਕਈ ਇਹ ਚਿੰਤਾ ਦਾ ਸਬਬ ਪਰ ਪਰਵਿੰਦਰ ਸਿੰਘ ਜੀ ਕੱਲਾ ਟੀਵੀ ਜਾਂ ਮੂਵੀਜ਼ ਜਾਂ YouTube ਤੇ ਮੂਵੀਜ਼ ਜਾਂ ਗਾਣੇ ਨਹੀਂ ਦੇਖੇ ਜਾ ਰਹੇ, ਬਲਕਿ ਬਹੁਤ ਬੇਵਕੂਫੀਆਂ ਜਿਹੜੀਆਂ ਤੁਸੀਂ ਹੁਣੇ ਗੱਲ ਕਹਿ ਕੇ ਹਟਿਓ ਕਿ ਇਸ ਗੱਲ ਦੀ ਸ਼ੇਖੀ ਮਾਰੀ ਜਾਂਦੀ ਹੈ। ਮੈਂ ਤੁਹਾਨੂੰ ਇਹਦੀਆਂ ਇੱਕ ਦੋ ਐਗਜ਼ਾਮਪਲਸ ਬਹੁਤ ਵਧੀਆ ਦੱਸਾਂਗੇ। ਸਾਡੇ WhatsApp ਤੇ ਅੱਜਕੱਲ ਬੜੀ ਇੱਕ ਵੀਡੀਓ ਘੁੰਮ ਰਹੀ ਹੈ ਜਿਹਦੇ ਵਿੱਚ ਲੜਕਾ ਬਕਾਇਦਾ ਇੱਕ ਦੇਖੋ 80,000 ਪਾਉਂਡ ਟਰੱਕ ਦੇ ਨਾਲ ਜਦੋਂ ਤੁਸੀਂ ਚੱਲਦੇ ਆ ਤਾਂ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਆ। ਤੁਸੀਂ ਇੱਕ ਕਹਿ ਲਓ ਕਿ ਇੱਕ ਲੋਡਡ ਗਨ ਲੈ ਕੇ ਇੱਕ ਹੱਥ ਵਿੱਚ ਚੱਲ ਰਹੇ ਹੋ ਜਿਹਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਨਹੀਂ ਬਲਕਿ ਹੋ ਰਿਹਾ। ਉਹ ਮੈਂ ਵੀਡੀਓ ਤੁਹਾਨੂੰ ਕਿਤੇ ਭੇਜਾਂਗਾ ਤੁਹਾਡੇ ਫੋਨ ਦੇ ਉੱਤੇ, ਤੁਸੀਂ ਹੈਰਾਨ ਹੋਵੋਗੇ ਕਿ ਇੱਕ ਲੜਕਾ ਬਕਾਇਦਾ ਟਰੱਕ ਦੀ ਸੀਟ ਦੇ ਉੱਤੇ ਚੌਂਕੜੀ ਮਾਰ ਕੇ ਦੋਨੇ ਲੱਤਾਂ ਉੱਪਰ ਰੱਖ ਕੇ ਟਰੱਕ ਚਲਾ ਰਿਹਾ ਔਰ ਦੂਜਾ ਉਹਦੇ ਨਾਲ ਦਾ ਮੂਵੀ ਬਣਾ ਰਿਹਾ। ਉਹਦੇ ਜਿਹੜੇ ਹੱਥ ਆ ਉਹ ਇੱਕ ਹੱਥ ਸਟੀਅਰਿੰਗ ਉੱਤੇ ਆ, ਦੂਜਾ ਹੱਥ ਜਿਹੜਾ ਆ ਉਹ ਕਿਸੇ ਗਾਣੇ ਦੇ 뮤직 ਦੇ ਤਾਨ ਦੇ ਵਿੱਚ ਇਸ ਤਰ੍ਹਾਂ ਹਿੱਲ ਰਿਹਾ ਔਰ ਲੜਕੇ ਦੇ ਦੋਨੋਂ ਪੈਰ ਜਿਹੜੇ ਆ ਉਹ ਸੀਟ ਦੇ ਉੱਤੇ ਆ। ਅਗਰ ਉਹਨੂੰ ਬ੍ਰੇਕ ਮਾਰਨੀ ਪੈਂਦੀ ਆ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਇਹ ਕਿੱਡਾ ਵੱਡਾ ਹਾਦਸੇ ਨੂੰ ਜਨਮ ਦੇ ਸਕਦਾ। ਔਰ ਇਹੋ ਜਿਹੇ ਹਾਦਸੇ ਜਿਹੜੇ ਕਿ ਤੁਸੀਂ ਹੁਣ ਸ਼ਾਇਦ ਪਿਛਲੇ ਦਿਨਾਂ 'ਚ ਦੇਖਿਆ ਹੋਵੇਗਾ, 3 ਦਿਨ 4 ਦਿਨ ਪਹਿਲਾਂ ਦੀ ਗੱਲ ਆ, ਆਪਣੇ ਸਾਡੇ ਮੰਗਲਵਾਰ ਸ਼ਾਮ ਦੀ ਗੱਲ ਹੈਗੀ ਹੈ, 5-4 ਦਿਨ ਪਹਿਲਾਂ ਸੈਕਰਾਮੈਂਟੋ ਸ਼ਹਿਰ ਦੇ ਬਿਲਕੁਲ ਡਾਊਨਟਾਊਨ ਦੇ ਲਾਗੇ ਛੱਗੇ ਫਲੋਰਨ ਰੋਡ ਪੈਂਦੀ ਹੈ, ਉਹਦੇ ਵਿੱਚ ਐਡਾ ਘਟੀਆ ਹਾਦਸਾ ਹੋਇਆ ਕਿ ਜਿਹਦੇ ਵਿੱਚ ਆਪਣਾ ਪੰਜਾਬੀ ਵੀ ਡਰਾਈਵਰ ਸੀ
ਔਰ ਪੰਜਾਬੀ ਕੰਪਨੀ ਸੀ ਉਹਦੇ ਵਿੱਚ ਟਰੱਕ ਜਦੋਂ ਕਾਰ ਦੇ ਵਿੱਚ ਹਿੱਟ ਕਰਦਾ ਉਸ ਵੀਡੀਓ ਦੇ ਵਿੱਚ ਤਾਂ ਉਹਦੀ ਸਪੀਡ ਬਿਲਕੁਲ ਵੀ ਨਹੀਂ ਘਟਦੀ। ਸੋ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਉਹ ਟਰੱਕ ਵੱਜਾ ਉਸ ਵਕਤ ਤੱਕ ਜਿਹੜਾ ਡਰਾਈਵਰ ਆ ਉਹਦਾ ਧਿਆਨ ਜਿਹੜਾ ਆ ਉਹ ਰੋਡ ਦੇ ਉੱਤੇ ਜਾਂ ਸਟੀਅਰਿੰਗ ਉੱਤੇ ਉਹਦੀ ਕੰਸੈਂਟਰੇਸ਼ਨ ਨਹੀਂ ਸੀ। ਸੋ ਉਹਦੇ ਵਿੱਚ 9 ਕਾਰਾਂ ਟੋਟਲ ਜਿਹੜੀਆਂ ਆ ਉਹ ਐਕਸੀਡੈਂਟ ਹੋਇਆ, 9 ਕਾਰਾਂ ਚ ਇਨਵੋਲਵ ਹੋਈਆਂ, 10ਵਾਂ ਉਹ ਟਰੱਕ ਇਨਵੋਲਵ ਹੋਇਆ। ਉਹ ਚ ਇੱਕ ਬੰਦੇ ਦੀ ਮੌਤ ਹੋ ਚੁੱਕੀ ਹੈ। ਜਦੋਂ ਤੁਸੀਂ ਉਹ ਕਿਤੇ ਦੇਖੋ ਉਹ ਵੀਡੀਓ ਤੁਹਾਨੂੰ ਦੇਖਣੀ ਔਖੀ ਹੋ ਜਾਂਦੀ ਹੈ, ਤੁਹਾਡਾ ਮਨ ਇੰਨਾ ਬੁਰੀ ਤਰ੍ਹਾਂ ਪਰੇਸ਼ਾਨ ਹੁੰਦਾ ਉਸ ਵੀਡੀਓ ਨੂੰ ਦੇਖ ਕੇ ਕਿ ਤੁਸੀਂ ਸੋਚ ਨਹੀਂ ਸਕਦੇ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਇੱਕ ਹੋਰ ਕੈਲੀਫੋਰਨੀਆ ਐਕਸੀਡੈਂਟ ਹੋਇਆ, ਉਹਦੇ ਵਿੱਚ ਵੀ 8 ਕਾਰਾਂ ਜਿਹੜੀਆਂ ਇਨਵੋਲਵ ਸੀਗੀਆਂ, ਜਿਹਦੇ ਵਿੱਚ 3 ਬੰਦਿਆਂ ਦੀ ਮੌਤ ਹੋਈ ਆ। ਉਹਦੇ ਵਿੱਚ ਵੀ ਪੰਜਾਬੀ ਵੀਰ ਆਪਣਾ ਟਰੱਕ ਚਲਾ ਰਿਹਾ ਸੀ। ਇਸ ਤੋਂ ਪਹਿਲਾਂ ਤੁਸੀਂ ਨਿਊ ਮੈਕਸੀਕੋ ਦੀ ਐਗਜ਼ਾਮਪਲ ਦਿੱਤੀ ਹੈ। ਉਸ ਤੋਂ ਪਹਿਲਾਂ 2 ਲੜਕੇ ਫ੍ਰਿਜ਼ਨੋ ਦੇ ਜਿਹੜੇ ਆ ਉਹਨਾਂ ਦਾ ਐਕਸੀਡੈਂਟ ਹੋਇਆ। ਹਜੇ 2 ਹਫ਼ਤੇ ਪਹਿਲਾਂ ਇੱਕ ਹੋਰ ਵੀਰ ਜਿਹਦਾ ਐਰੀਜ਼ੋਨਾ ਵਿੱਚ ਟੈਕਸਸ ਵਿੱਚ ਜਾ ਰਿਹਾ ਸੀ, ਉਹਦੇ ਫਰੰਟ ਟਾਇਰ ਨੂੰ ਫਟਣ ਕਰਕੇ ਉਹਦੀ ਮੌਤ ਹੋਈ ਹੈ। ਸੋ ਇੰਨੀਆਂ ਮੌਤਾਂ ਇਹਨਾਂ ਚੋਂ ਕੁਝ ਤਾਂ ਇੱਕ ਦੋ ਸ਼ਾਇਦ ਨੈਚੁਰਲ ਐਕਸੀਡੈਂਟਸ ਹਨ, ਜਿਵੇਂ ਟਰੱਕ ਦਾ ਟਾਇਰ ਫਟ ਗਿਆ, ਇੱਕ ਨੈਚੁਰਲ ਐਕਸੀਡੈਂਟ ਸੀ। ਕਿਸੇ ਹੱਦ ਤੱਕ ਉਹ 'ਚ ਵੀ ਵੈਸੇ ਸਾਡੀ ਆਪਣੀ ਗਲਤੀ ਹੈ ਕਿ ਮੈਂ ਜੋ ਸੁਣਨ ਵਿੱਚ ਆਇਆ ਕਿ ਉਹਨਾਂ ਨੇ ਟਰੱਕ ਦਾ ਟਾਇਰ ਬਹੁਤ ਮਾੜਾ ਸੀ, ਉਹਨਾਂ ਨੇ ਪਾਉਣਾ ਸੀ ਪਰ ਸੋਚਿਆ ਕਿ ਚਲੋ ਮੈਂ ਇੱਕ ਗੇੜਾ ਹੋਰ ਲਾਇਆ ਵਾ। ਸੋ ਕਿਤੇ ਨਾ ਕਿਤੇ ਅਣਗਹਿਲੀ ਜਿਹੜੀ ਹੈ ਉਹ ਆਪਣੀ ਜਾਨ ਤੋਂ ਹੱਥ ਧੋ ਕੇ ਉਹਦਾ ਕਹਿ ਲਓ ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ। ਸੋ ਚਲੋ ਫਿਰ ਹੋਰ ਵੀ ਐਡ ਆਨ ਕਰ ਸਕਦੇ ਹਾਂ, ਕਿਉਂਕਿ ਹੁਣ ਸਰਦੀਆਂ ਆ ਰਹੀਆਂ ਨੇ ਤੇ ਜਦੋਂ ਬਰਫ਼ ਪੈਂਦੀ ਹੈ ਸੜਕਾਂ ਵੀ ਤਿਲਕਣ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਧੁੰਦ ਦਾ ਜਿਹੜਾ ਕਹਿਰਾ ਹੈ, ਕੋਹਰਾ ਜਿਹੜਾ ਹੈਗਾ ਉਹ ਵੀ ਬਹੁਤ ਜ਼ਿਆਦਾ ਵੱਧ ਜਾਂਦਾ, ਉਹ ਵੀ ਇੱਕ ਮੇਜਰ ਕਾਰਨ ਬਣ ਸਕਦੇ ਨੇ ਆਉਣ ਵਾਲੇ ਸਮੇਂ ਵਿੱਚ। ਬਿਲਕੁਲ ਬਲਵਿੰਦਰ ਸਿੰਘ ਜੀ, ਜਿਹੜਾ ਲੜਕਾ ਨਾਰਮਲ ਰੋਡ ਦੇ ਉੱਤੇ ਟਰੱਕ ਵਿੱਚ ਇੰਨੀਆਂ ਵੱਡੀਆਂ ਅਣਗਹਿਲੀਆਂ ਕਰਦਾ ਆ, ਉਹ ਤੋਂ ਅਸੀਂ ਸਨੋ ਦੇ ਉੱਤੇ ਟਰੱਕ ਚਲਾਉਣ ਦੀ ਤਾਂ ਬਿਲਕੁਲ ਵੀ ਆਸ ਨਹੀਂ ਰੱਖ ਸਕਦੇ, ਕਿਉਂਕਿ ਸਨੋ ਤੇ ਟਰੱਕ ਚਲਾਉਣਾ ਜਿਹੜਾ ਆ ਉਹ ਕਈ ਗੁਣਾ ਜ਼ਿਆਦਾ, ਜੇਕਰ ਮੈਂ ਸਮਝਦਾ ਕਿ 10-20 ਗੁਣਾ ਜ਼ਿਆਦਾ ਔਖਾ ਆ। ਮੈਂ ਆਪ ਟਰੱਕ ਕਿਉਂਕਿ ਡਰਾਈਵ ਕੀਤਾ ਹੈ ਸਨੋ ਦੇ ਵਿੱਚ ਟਰੱਕ ਚਲਾਉਣਾ, ਜਿਹੜਾ ਮੈਂ 2002 ਜਦੋਂ ਮੈਂ ਅਮਰੀਕਾ ਆਇਆ ਮੈਂ ਉਦੋਂ ਟਰੱਕ ਚਲਾਇਆ। ਸੋ ਮੈਂ ਸਮਝਦਾ ਕਿ ਜਿਹੜਾ ਸਨੋ 'ਚ ਟਰੱਕ ਚਲਾਉਣਾ ਉਹ ਨਾਰਮਲ ਟਰੱਕ ਚਲਾਉਣ ਦੇ ਨਾਲੋਂ ਕੋਈ 10 ਗੁਣਾ ਜ਼ਿਆਦਾ ਔਖਾ। ਸੋ ਜਿਹੜੇ ਲੜਕੇ ਸਾਡੇ ਨਾਰਮਲੀ ਟਰੱਕ ਵਿੱਚ ਇੰਨੇ ਐਕਸੀਡੈਂਟ ਕਰ ਰਹੇ ਹਨ, ਸਨੋ ਦੇ ਵਿੱਚ ਉਹ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਕਰਦੇ ਹਨ ਔਰ ਬੜੀ ਵਾਰੀ ਜਾਨ ਤੋਂ ਹੱਥ ਧੋਂਦੇ ਹਨ। ਸੋ ਇਹ ਫਿਰ ਇਹਦੇ ਪਿੱਛੇ ਜਿਹੜਾ ਕਾਰਨ ਉਹ ਪ੍ਰੋਪਰ ਟ੍ਰੇਨਿੰਗ ਨਾ ਹੋਣਾ। ਸੋ ਜਦੋਂ ਅਸੀਂ ਟ੍ਰੇਨਿੰਗ ਬਾਰੇ ਗੱਲ ਕਰਾਂਗੇ ਤਾਂ ਉਹਦੇ ਵਿੱਚ ਜ਼ਿਆਦਾ ਐਕਸਪਲੇਨ ਕਰਾਂਗੇ ਕਿ ਜਿਹੜੀ ਟ੍ਰੇਨਿੰਗ ਦਾ ਨਾ ਹੋਣਾ, ਜਿਹੜਾ ਸਨੋ ਦੇ ਵਿੱਚ ਟਰੱਕ ਦਾ ਐਕਸੀਡੈਂਟ ਹੋਣਾ, ਉਹ ਟ੍ਰੇਨਿੰਗ ਨਾ ਪ੍ਰੋਪਰ ਹੋਣਾ। ਪਰ ਜਿਹੜਾ ਸੋਸ਼ਲ ਮੀਡੀਆ ਦੀ ਵਰਤੋਂ ਆ, ਇਹ ਜਿਹੜੀ ਆ ਇਹ ਅਣਗਹਿਲੀ ਜਾਂ ਗੈਰ ਜ਼ਿੰਮੇਵਾਰੀ ਦੇ ਵਿੱਚ ਆਉਂਦੀ ਹੈ। ਬਿਲਕੁਲ ਟਰਨ ਸਾਹਿਬ, ਡਰਾਈਵਰ ਜਦੋਂ ਟਰੱਕ ਚਲਾਉਣਾ ਸ਼ੁਰੂ ਕਰਦੇ ਨੇ ਤਾਂ ਟਰੱਕ ਸਕੂਲ ਤੋਂ ਬਕਾਇਦਾ ਸਿਖਲਾਈ ਲੈ ਕੇ, ਪਰ ਫਿਰ ਵੀ ਜਦੋਂ ਵੱਡੇ ਹਾਦਸੇ ਸੜਕਾਂ ਤੇ ਹੁੰਦੇ ਵਿਖਾਈ ਦਿੰਦੇ ਨੇ ਤਾਂ ਸਵਾਲ ਟ੍ਰੇਨਿੰਗ ਸਕੂਲਾਂ ਤੇ ਵੀ ਚੁੱਕੇ ਜਾਂਦੇ ਨੇ। ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਸੀ ਟ੍ਰੇਨਿੰਗ ਦੀ, ਕੀ ਤੁਸੀਂ ਟ੍ਰੇਨਿੰਗ ਸਕੂਲਾਂ ਨੂੰ ਜ਼ਿੰਮੇਵਾਰ ਮੰਨਦੇ ਹੋ? ਕਿਉਂਕਿ ਟਰੱਕ ਸਿਖਾਉਣ ਵਾਲੇ ਸਕੂਲਾਂ ਦੀ ਵੀ ਵੱਡੀ ਭੂਮਿਕਾ ਜ਼ਰੂਰ ਹੁੰਦੀ ਹੈ ਇੱਕ ਚੰਗੇ ਜਾਂ ਮਾੜੇ ਡਰਾਈਵਰ ਦੇ ਪਿੱਛੇ। ਬਿਲਕੁਲ ਬਲਵਿੰਦਰ ਸਿੰਘ ਜੀ, ਮੈਂ ਇਸ ਗੱਲ ਨੂੰ ਹੋ ਸਕਦਾ ਬਹੁਤ ਕੁਝ ਸੱਜਣ ਜਿਹੜੇ ਟਰੱਕਿੰਗ ਸਕੂਲਾਂ ਦੇ ਨਾਲ ਵਾਬਸਤਾ ਹਨ ਜਾਂ ਜਿਹੜੇ ਇਸ ਬਿਜ਼ਨਸ ਦੇ ਵਿੱਚ ਹਨ, ਉਹ ਇਸ ਗੱਲ ਨੂੰ ਸੁਣ ਕੇ ਮੇਰੇ ਨਾਲ ਨਾਰਾਜ਼ਗੀ ਪ੍ਰਗਟ ਕਰਨ। ਪਰ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਔਰ ਇਸ ਟਰੱਕਿੰਗ ਇੰਡਸਟਰੀ ਤੋਂ ਰੋਟੀ ਖਾਣ ਵਾਲਾ ਇਨਸਾਨ ਹੋਣ ਦੇ ਨਾਤੇ ਮੈਂ ਬਿਲਕੁਲ ਇੱਕ ਬੁਲੰਦ ਆਵਾਜ਼ ਦੇ ਵਿੱਚ ਕਹਿਣਾ ਕਿ ਸਾਡੇ ਟਰੱਕਿੰਗ ਸਕੂਲ ਜਿਹੜੇ ਆ, ਇਹਨਾਂ ਨੇ ਸਾਡੀ ਇੰਡਸਟਰੀ ਦਾ ਬਹੁਤ ਵੱਡਾ ਨੁਕਸਾਨ ਕੀਤਾ, ਖਾਸ ਕਰਕੇ ਸਾਡੇ ਜਿਹੜੇ ਪੰਜਾਬੀ ਟਰੱਕਿੰਗ ਸਕੂਲ ਹਨ। ਅਗਰ ਇਹਨਾਂ ਨੇ ਔਰ ਇੰਨਾ ਸਸਤਾ ਇਹ ਲਾਇਸੈਂਸ ਲੈ ਕੇ ਦਿੰਦੇ, ਇਹਨਾਂ ਦੇ ਜਿਹੜਾ ਸਸਤਾ ਲਾਇਸੈਂਸ ਦੇਣ ਦਾ ਚੱਕਰ ਹੈ ਕਿ ਅਗਰ ਫਲਾਨਾ ਆਦਮੀ 1500 ਵਿੱਚ ਲਾਇਸੈਂਸ ਲੈ ਕੇ ਦੇ ਰਿਹਾ ਤੇ ਮੈਂ 1200 ਵਿੱਚ ਲਾਇਸੈਂਸ ਲੈ ਕੇ ਦਿੰਦਾ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਦੇਣ ਲੱਗਿਆ ਕਿ ਮੈਂ 2002 ਵਿੱਚ ਜਦੋਂ ਲਾਇਸੈਂਸ ਟਰੱਕ ਦਾ ਲਿਆ ਤੇ ਮੈਂ $800 ਉਸ ਵਕਤ ਪੇ ਕੀਤਾ ਸੀ। ਅੱਜ ਦੀ ਡੇਟ ਵਿੱਚ ਟਰੱਕਿੰਗ ਸਕੂਲ ਜਿਹੜਾ ਆ ਉਹ $1200 ਦੇ ਵਿੱਚ ਲਾਇਸੈਂਸ ਲੈ ਕੇ ਦਿੰਦਾ ਆ। 18 ਸਾਲ ਬਾਅਦ ਅਗਰ ਸਿਰਫ ਤੇ ਸਿਰਫ 50% ਰੇਟ ਵਿੱਚ ਵਾਧਾ ਹੋਇਆ, ਜਦਕਿ ਬਾਕੀ ਗਰੋਸਰੀ ਔਰ ਹੋਰ ਖਰਚੇ ਜਿਹੜੇ ਉਹ 3-3 4-4 ਗੁਣਾ ਵੱਧ ਚੁੱਕਿਆ, ਹਰ ਚੀਜ਼ ਦਾ ਰੇਟ ਜਿਹੜਾ 3-4 ਗੁਣਾ ਵੱਧ ਚੁੱਕਿਆ। ਜੇਕਰ ਟਰੱਕਿੰਗ ਸਕੂਲਾਂ ਦੀ ਫੀਸ ਵਿੱਚ ਇੱਕ ਮਾਮੂਲੀ ਵਾਧਾ ਹੋਇਆ ਤਾਂ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਅਸੀਂ ਚੀਪ ਪ੍ਰਾਈਸ ਲੈਣਾ ਆ ਤੇ ਓਬਵੀਅਸਲੀ ਹੈ ਕਿ ਤੁਸੀਂ ਮਾੜੀ ਟ੍ਰੇਨਿੰਗ ਦਿਓਗੇ, ਤੁਸੀਂ ਟ੍ਰੇਨਿੰਗ ਨੂੰ ਕੱਟ ਕਰਨ ਦੀ ਕੋਸ਼ਿਸ਼
ਕਰੋਗੇ, ਪੰਜਾਬੀ ਸਕੂਲਾਂ ਦੇ ਵਿੱਚ ਕੋਈ ਲੌਗ ਬੁੱਕ ਦੀ ਟ੍ਰੇਨਿੰਗ ਜਾਂ ਕੋਈ ਪ੍ਰੋਪਰ ਟ੍ਰੇਨਿੰਗ ਜਿਹੜੀ ਹੈ ਉਹਦਾ ਕੋਈ ਐਸਾ ਸੇਫਟੀ ਦੇ ਜਿਹੜੀਆਂ ਕੋਈ ਵੀਡੀਓਜ਼ ਹਨ, ਐਸਾ ਕੋਈ ਸਿਸਟਮ ਨਹੀਂ ਹੈ। ਸਿਰਫ ਤੇ ਸਿਰਫ ਜਦੋਂ ਆਦਮੀ ਲਾਇਸੈਂਸ ਲੈਣ ਜਾਂਦਾ ਉਹਦੇ ਸਾਹਮਣੇ ਇੱਕ ਇਨਸਪੈਕਸ਼ਨ ਲਿਸਟ ਫੜਾਈ ਜਾਂਦੀ ਹੈ, 3 ਜਾਂ 4 ਦੇ ਵਿੱਚ ਉਹਨੂੰ ਇਨਸਪੈਕਸ਼ਨ ਲਿਸਟ ਦਾ ਰੱਟਾ ਲਗਵਾਇਆ ਜਾਂਦਾ, ਉਸ ਤੋਂ ਬਾਅਦ 4-5 ਦਿਨ ਟਰੱਕ ਨੂੰ ਰੋਡ ਤੇ ਲੈ ਕੇ ਜਾਇਆ ਜਾਂਦਾ। ਅੱਜ ਕੱਲ ਆਟੋਮੈਟਿਕ ਟਰੱਕ ਹੋਣ ਦੇ ਨਾਲ ਇਹ ਕੰਮ ਹੋਰ ਵੀ ਸੌਖਾ ਹੋ ਚੁੱਕਾ ਹੈ, ਕਿਉਂਕਿ ਮੋਸਟਲੀ ਜਿਹੜੇ ਪੰਜਾਬੀ ਭਰਾ ਇੰਡੀਆ ਤੋਂ ਆਉਂਦੇ ਆ ਉਹਨਾਂ ਚੋਂ 90% ਉਹ ਹੁੰਦੇ ਆ ਜਿਨ੍ਹਾਂ ਨੇ ਇੰਡੀਆ ਟਰੱਕ ਔਰ ਟਰਾਲੀ ਚਲਾਈ, ਟਰੈਕਟਰ ਔਰ ਟਰਾਲੀ ਚਲਾਈ ਹੁੰਦੀ ਹੈ। ਸੋ ਜਿਹੜਾ ਟਰੈਕਟਰ ਟਰਾਲੀ ਦਾ ਕਨਸੈਪਟ ਆ ਉਹ ਲਗਭਗ ਸਾਡੇ ਇੱਥੇ ਟਰਾਲੀ ਵਾਲਾ ਕਨਸੈਪਟ ਹੈਗਾ ਆ। ਸੋ ਜਿਹੜੇ ਲੜਕੇ ਉਦੋਂ ਟਰੈਕਟਰ ਟਰਾਲੀਆਂ ਚਲਾਉਂਦੇ ਆਏ ਆ ਉਹਨਾਂ ਵਾਸਤੇ ਟਰੱਕ ਦਾ ਲਾਇਸੈਂਸ 2-4-5 ਦਿਨ ਜਾਂ 10 ਦਿਨ ਚ ਲੈਣਾ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈ। ਪਰ ਲਾਇਸੈਂਸ ਲੈਣਾ ਔਰ ਟਰੱਕ ਦੀਆਂ ਗੁੰਝਲਾਂ ਨੂੰ ਸਮਝਣਾ, ਰੋਡ ਦੀਆਂ ਗੁੰਝਲਦਾਰ ਗੱਲਾਂ ਨੂੰ ਸਮਝਣਾ, ਇਹ 2 ਅਲੱਗ-ਅਲੱਗ ਤਰੀਕੇ ਹਨ। ਪਹਿਲੀ ਗੱਲ ਇਹ ਹੈ ਕਿ ਟ੍ਰੇਨਿੰਗ ਸਕੂਲ ਜਿਹੜੇ ਆ ਉਹਨਾਂ ਨੇ ਬਿਲਕੁਲ ਵੀ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਲਿਆ ਔਰ ਇਹਦਾ ਖਮਿਆਜਾ ਜਿਹੜਾ ਆ ਅੱਜ ਸਾਰੀ ਕਮਿਊਨਿਟੀ ਭੁਗਤ ਰਹੀ ਹੈ। ਅਸੀਂ ਬੁਰੀ ਤਰ੍ਹਾਂ ਬਦਨਾਮ ਹੋ ਰਹੇ ਹਾਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਫੈਡਰਲ ਮੋਟਰ ਕੈਰੀਅਰ ਜਿਹੜਾ ਆ ਉਹ ਬੁਰੀ ਤਰ੍ਹਾਂ ਨਾਲ ਸਾਡੀ ਟਰੱਕਿੰਗ ਇੰਡਸਟਰੀ ਨੂੰ ਦੈਂਤ ਵਾਂਗੂ ਕਹਿ ਲਓ ਵੀ ਖਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਹਾਲਾਤ ਜਾਰੀ ਰਹੇ ਤਾਂ ਪੰਜਾਬੀ ਭਾਈਚਾਰੇ ਵਾਸਤੇ ਟਰੱਕਿੰਗ ਦੇ ਵਿੱਚ ਐਕਸਪਲੋਰ ਕਰਨਾ ਤਾਂ ਬਹੁਤ ਵੱਡੀ ਗੱਲ ਹੈ, ਉਹਨਾਂ ਵਾਸਤੇ ਸਰਵਾਈਵ ਕਰਨਾ ਵੀ ਜਿਹੜਾ ਆ ਉਹ ਔਖਾ ਹੋ ਸਕਦਾ, ਜਿਵੇਂ ਫੈਡਰਲ ਮੋਟਰ ਕੈਰੀਅਰ ਜਿਹੜਾ ਆ ਉਹ ਕਾਨੂੰਨ ਜਿਹੜੇ ਆ ਉਹ ਦਿਨ ਬ ਦਿਨ ਜ਼ਿਆਦਾ ਉਹਦਾ ਸ਼ਿਕੰਜਾ ਜਿਹੜਾ ਹੈ ਉਹ ਜ਼ਿਆਦਾ ਦਿਨ ਬ ਦਿਨ ਕੱਸ ਰਿਹਾ। ਠੀਕ ਹੈ। ਸੋ ਜਦੋਂ ਵੀ ਟਾਂਡਾ ਸਾਹਿਬ ਟਰੱਕ ਹਾਦਸੇ ਹੁੰਦੇ ਨੇ, ਅਜਾਈ ਜਾਨਾਂ ਤਾਂ ਜਾਂਦੀਆਂ ਹੀ ਨੇ, ਜਿਸ ਕਾਰਨ ਪਰਿਵਾਰਾਂ ਨੂੰ ਵੱਡਾ ਨੁਕਸਾਨ ਹੁੰਦਾ ਹੈ। ਸੋ ਲੋੜ ਹੈ ਅਜਿਹੇ ਹਾਦਸਿਆਂ ਤੇ ਲਗਾਮ ਲਗਾਉਣ ਦੀ। ਪਰ ਸਿੱਧਾ ਸਵਾਲ ਤੁਹਾਡੇ ਤੋਂ ਮੈਂ ਕਰਾਂਗਾ ਕਿ ਸੜਕਾਂ ਤੇ ਹੁੰਦੇ ਹਾਦਸਿਆਂ ਨੂੰ ਰੋਕਣ ਜਾਂ ਫਿਰ ਘਟਾਉਣ ਲਈ ਕੰਪਨੀ ਪੱਧਰ ਤੇ ਕੀ ਕਦਮ ਚੁੱਕੇ ਜਾਣੇ ਚਾਹੀਦੇ ਨੇ? ਦੇਖੋ ਬਲਿੰਦਰ, ਜਿਹੜੀ ਮੈਂ ਬਹੁਤ ਗੱਲ ਤੇ ਜ਼ੋਰ ਦਿੰਦਾ ਹੈ ਕਿ ਸਭ ਤੋਂ ਵੱਡਾ ਇੱਕ ਨੁਕਸਾਨ ਸਾਨੂੰ ਹੋਇਆ ਇੱਥੇ ਆਟੋਮੈਟਿਕ ਟਰੱਕ ਆਉਣ ਦਾ। ਇਸ ਤੋਂ ਪਹਿਲਾਂ ਗੇਅਰਾਂ ਵਾਲੇ ਟਰੱਕ ਹੁੰਦੇ ਸੀ। ਗੇਅਰਾਂ ਵਾਲੇ ਟਰੱਕ ਜਿਹੜੇ ਆ ਉਹ ਸਿੱਖਣ ਨੂੰ, ਜੇਕਰ ਤੁਹਾਨੂੰ ਟਰੱਕਿੰਗ ਸਕੂਲ 'ਚ ਪ੍ਰੋਪਰ ਟ੍ਰੇਨਿੰਗ ਨਹੀਂ ਵੀ ਮਿਲਦੀ ਸੀ ਕਿਸੇ ਕਾਰਨ, ਜਾਂ ਟਰੱਕਿੰਗ ਸਕੂਲਾਂ ਦੀ ਅਣਗਹਿਲੀ ਕਰਕੇ ਜਾਂ ਉਹਨਾਂ ਦੀ ਲਾਪਰਵਾਹੀ ਕਰਕੇ ਜਾਂ ਉਹਨਾਂ ਦੀ ਗੈਰ ਜ਼ਿੰਮੇਵਾਰੀ ਕਰਕੇ ਅਗਰ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਨਹੀਂ ਵੀ ਮਿਲਦੀ ਸੀ ਤਾਂ ਤੁਹਾਨੂੰ ਘੱਟੋ ਘੱਟ ਟਰੱਕ ਦੇ ਉੱਤੇ ਟੀਮ ਡਰਾਈਵਰ ਦੇ ਨਾਲ ਕੋਈ 6 ਮਹੀਨੇ ਜਾਂ ਸਾਲ ਲਾਉਣਾ ਪੈਂਦਾ ਸੀ। ਅੱਗੇ ਅੱਜ ਤੋਂ 10-15 ਸਾਲ 20 ਸਾਲ ਪਹਿਲਾਂ ਜਿਹੜਾ ਨਾਰਮਲ ਟ੍ਰੈਂਡ ਹੁੰਦਾ ਸੀ ਕਿ ਕੋਈ ਵੀ ਆਦਮੀ ਜੋ ਟਰੱਕ ਲੈਂਦਾ ਸੀ ਉਹ ਉਨਾ ਐਕਸਪਰਟ ਨਹੀਂ ਸੀ ਹੁੰਦਾ, ਬਲਕਿ ਐਕਸਪਰਟ ਕੀ ਉਹਨੂੰ ਬਿਲਕੁਲ ਵੀ ਕੁਝ ਨਹੀਂ ਸੀ ਆਉਂਦਾ। ਮੈਨੂੰ ਇਹ ਯਾਦ ਹੈ ਕਿ ਜਦੋਂ ਮੈਂ ਟਰੱਕ ਸਕੂਲ ਤੋਂ ਬਾਹਰ ਨਿਕਲਿਆ ਤੇ ਮੈਨੂੰ ਟਰੱਕ ਦਾ ਗੇਅਰ ਚੇਂਜ ਕਰਨਾ ਵੀ ਨਹੀਂ ਸੀ ਆਉਂਦਾ ਔਰ ਗੇਅਰ ਮੈਂ ਬਕਾਇਦਾ ਟਰੱਕ ਦੇ ਉੱਤੇ ਜਾ ਕੇ ਟੀਮ ਡਰਾਈਵਰ ਆਪਣੇ ਕੋਲੋਂ ਜਿਹੜਾ ਆ ਉਹ ਸਿੱਖਿਆ। ਸੋ ਟੀਮ ਡਰਾਈਵਰ ਹੋਣ ਕਰਕੇ ਸਾਲ 6 ਮਹੀਨੇ ਦੀ ਟ੍ਰੇਨਿੰਗ ਆਟੋਮੈਟਿਕਲੀ ਮਿਲ ਜਾਂਦੀ ਸੀ। ਨਾਲ ਦਾ ਡਰਾਈਵਰ ਤੁਹਾਨੂੰ ਸਨੋ ਵਿੱਚ ਟਰੱਕ ਚਲਾਉਣ ਵਾਸਤੇ ਆਮ ਇੱਕ ਅੱਗੇ ਟ੍ਰੈਂਡ ਹੁੰਦਾ ਸੀ ਕਿ ਉਹ ਕਹਿੰਦੇ ਸੀ ਕਿ ਇੱਕ ਸੀਜ਼ਨ ਜਿਹੜਾ ਸਨੋ ਦਾ ਉਹ ਅਸੀਂ ਟੀਮ ਡਰਾਈਵਰ ਦੇ ਨਾਲ ਜ਼ਰੂਰ ਲਾਉਣਾ। ਸੋ ਕਹਿਣ ਦਾ ਭਾਵ ਜਦੋਂ ਇੱਕ ਸੀਜ਼ਨ ਤੁਸੀਂ ਟੀਮ ਡਰਾਈਵਰ ਦੇ ਨਾਲ ਲਾਉਂਦੇ ਹੋ, ਤੁਹਾਡੇ ਨਾਲ ਦੀ ਸੀਟ ਤੇ ਬਹਿ ਕੇ ਤੁਹਾਨੂੰ ਬ੍ਰੇਕ ਮਾਰਨੀ, ਤੁਹਾਨੂੰ ਗੇਅਰ ਪਾਉਣਾ, ਤੁਹਾਨੂੰ ਸਨੋ ਦੇ ਵਿੱਚ ਕਿਵੇਂ ਟਰੱਕ ਕਰਨਾ, ਹੈਂਡ ਬ੍ਰੇਕ ਲਾਉਣੀ ਹੈ ਜਾਂ ਨਹੀਂ ਲਾਉਣੀ, ਕਿਹੜੀ ਬ੍ਰੇਕ ਮਾਰਨੀ ਹੈ, ਕਿਸ ਤਰ੍ਹਾਂ ਮਾਰਨੀ ਹੈ, ਉਹ ਹਰ ਚੀਜ਼ ਨੂੰ ਤੁਹਾਨੂੰ ਜਿਹੜਾ ਚੰਗਾ ਡਰਾਈਵਰ ਨਾਲ ਦਾ ਉਹ ਤਫਸੀਲ ਦੇ ਵਿੱਚ ਦੱਸਦਾ ਸੀ। ਸੋ ਕਿਸੇ ਹੱਦ ਤੱਕ ਉਹਦੀ ਟ੍ਰੇਨਿੰਗ ਜਿਹੜੀ ਆ ਨਾਲ ਦੇ ਡਰਾਈਵਰ ਤੋਂ ਹੋ ਜਾਂਦੀ ਸੀ। ਅਨਫੋਰਚੂਨੇਟਲੀ ਹੁਣ ਆਟੋਮੈਟਿਕ ਟਰੱਕ ਜਿਹੜੇ ਆ ਇਹਨਾਂ ਨੇ ਇਸ ਇੰਡਸਟਰੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਕਿਉਂਕਿ ਜਦੋਂ ਵੀ ਹੁਣ ਆਟੋਮੈਟਿਕ ਟਰੱਕ ਜਿਹੜਾ ਆ ਉਹ ਬਿਲਕੁਲ ਇੱਕ ਕਾਰ ਦੀ ਤਰ੍ਹਾਂ ਟਰੱਕ ਹੈ ਔਰ ਉਹਨੂੰ ਜਦੋਂ ਚਲਾਉਣ ਵਾਲਾ ਬੰਦਾ ਕਾਰ ਦੀ ਤਰ੍ਹਾਂ ਫੀਲ ਕਰਦਾ ਤਾਂ ਉੱਥੇ ਇੱਕ ਬਹੁਤ ਵੱਡਾ ਨੁਕਸਾਨ ਹੁੰਦਾ, ਕਿਉਂਕਿ ਜਦੋਂ ਤੁਸੀਂ ਇੱਕ ਟਰੱਕ ਨੂੰ ਜਿਹੜਾ ਕਿ 80,000 ਪਾਉਂਡ ਵੇਟ ਲੈ ਕੇ 75 ਦੀ ਸਪੀਡ ਤੇ ਜਾ ਰਿਹਾ, ਜਿਹਦਾ ਇੰਪੈਕਟ ਐਡਾ ਵੱਡਾ ਹੋ ਸਕਦਾ ਕਿ 10-12 ਕਾਰਾਂ ਉਹਦੇ ਲਈ ਮਿੱਧ ਕੇ ਲੰਘ ਜਾਣਾ ਬਹੁਤ ਵੱਡੀ ਗੱਲ ਨਹੀਂ। ਜਦੋਂ ਤੁਸੀਂ ਉਸ ਏਡੇ ਵੱਡੇ ਟਰੱਕ ਨੂੰ ਇੱਕ ਕਾਰ ਦੀ ਤਰ੍ਹਾਂ ਚਲਾਉਂਦੇ ਹੋ ਜਾਂ ਕਾਰ ਸਮਝ ਕੇ ਚਲਾਉਂਦੇ ਹੋ ਤੇ ਤੁਸੀਂ ਇੱਕ ਜ਼ਿੰਮੇਵਾਰੀ ਤੋਂ ਭਗੌੜੇ ਹੋ ਰਹੇ ਹੋ। ਸੋ ਜਦੋਂ ਆਟੋਮੈਟਿਕ ਟਰੱਕ ਤੁਸੀਂ ਚਲਾਉਣੇ ਆ ਤਾਂ ਤੁਹਾਨੂੰ ਨਾਲ ਦੇ ਟੀਮ ਡਰਾਈਵਰ ਦੀ ਬਿਲਕੁਲ ਜ਼ਰੂਰਤ ਨਹੀਂ ਰਹਿੰਦੀ। ਮੈਂ ਇੱਥੇ ਤੱਕ ਵੀ ਲੋਕ ਦੇਖਿਆ ਕਿ ਅੱਜ ਉਹ ਲਾਇਸੈਂਸ ਲੈ ਕੇ ਕੰਪਨੀ ਚੋਂ ਡਰਾਈਵਿੰਗ ਸਕੂਲ ਚੋਂ ਬਾਹਰ ਨਿਕਲਦੇ ਆ ਔਰ ਉਹਨਾਂ ਨੂੰ 1 ਜਾਂ 2 ਟ੍ਰਿਪ ਤੋਂ ਬਾਅਦ ਇਕੱਲਿਆ ਟਰੱਕ ਫੜਾ ਕੇ ਔਰ ਬ੍ਰੈਂਡ ਨਿਊ ਟਰੱਕ ਫੜਾ ਕੇ ਰੋਡ ਦੇ ਉੱਤੇ ਤੋਰ ਦਿੱਤਾ ਜਾਂਦਾ। ਸੋ ਇਹ ਕੰਪਨੀਆਂ ਦੀ ਇੱਕ ਸਭ ਤੋਂ ਵੱਡੀ ਗੈਰ ਜ਼ਿੰਮੇਵਾਰੀ ਹੈ। ਸਕੂਲਾਂ ਤੋਂ ਬਾਅਦ ਅਗਲੀ ਗੱਲ ਮੈਂ ਜੇਕਰ ਸਮਝਾਂ ਤਾਂ ਕੰਪਨੀਆਂ ਦੀ ਇੱਕ ਬਹੁਤ ਵੱਡੀ ਗੈਰ ਜ਼ਿੰਮੇਵਾਰੀ ਹੈ, ਜਿਹਦੇ ਚ ਉਹ ਅਕਸਰ ਜਿਹੜਾ ਬਲੇਮ ਦਿੰਦੇ ਆ ਉਹ ਇਹ ਕਹਿੰਦੇ ਕਿ ਡਰਾਈਵਰਾਂ ਦੀ ਬੜੀ ਸ਼ਾਰਟੇਜ ਹੈ, ਡਰਾਈਵਰ ਨਹੀਂ ਮਿਲਦੇ। ਪਰ ਭਾਈ ਜੇਕਰ ਡਰਾਈਵਰ ਨਹੀਂ ਮਿਲਦੇ ਅਸੀਂ 10-10, 20 ਟਰੱਕ ਇਕੱਠੇ ਆਰਡਰ ਕਿਉਂ ਕਰਦੇ? ਜੇਕਰ ਸਾਨੂੰ ਪਤਾ ਇਸ ਇੰਡਸਟਰੀ ਟਰੱਕ ਦੀ ਸ਼ਾਰਟੇਜ ਆ ਤਾਂ ਅਸੀਂ ਆਪਣੀ ਟਰੱਕਿੰਗ ਦੀ ਬਾਇੰਗ ਜਿਹੜੀ ਹੈਗੀ ਆ ਉਹਨੂੰ ਕੰਟਰੋਲ ਕਰੀਏ।
ਅਸੀਂ ਆਪਣੇ ਪ੍ਰੋਪਰ ਇਨਸੈਂਟਿਵ ਦਈਏ, ਅਸੀਂ ਪ੍ਰੋਪਰ ਉਹਨਾਂ ਨੂੰ ਇੰਸ਼ੋਰੈਂਸ ਮੈਡੀਕਲ ਦਈਏ। ਜਿਹੜੇ ਗੋਰਾ ਕਮਿਊਨਿਟੀ ਹੈ ਉਹ 30 ਸਾਲ 25 ਸਾਲ ਆਮ ਨਾਰਮਲ ਟਰੱਕ ਚਲਾਉਂਦੇ ਆ। ਜੇਕਰ ਸਾਡੇ ਬੰਦੇ ਕਹਿ ਲਓ ਕਿ ਉਸ ਲੈਵਲ ਦਾ ਜਿਹੜਾ ਫੈਸਿਲਿਟੀ ਆ ਉਹ ਡਰਾਈਵਰ ਨੂੰ ਦੇਣ, ਉਸ ਲੈਵਲ ਦੀ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਡਰਾਈਵਰ ਨੂੰ ਘੱਟ ਤਨਖਾਹ ਦਿੰਦੇ ਆ। ਸਾਡੀਆਂ ਕੰਪਨੀਆਂ ਗੋਰਾ ਕਮਿਊਨਿਟੀ ਨਾਲੋਂ ਜਾਂ ਅਮਰੀਕਨ ਕਮਿਊਨਿਟੀ ਨਾਲੋਂ ਜਾਂ ਮੈਕਸੀਕਨ ਕਮਿਊਨਿਟੀ ਨਾਲੋਂ ਸਾਡੀ ਜਿਹੜੀ ਤਨਖਾਹ ਦਾ ਜਿਹੜਾ ਰੇਟ ਆ ਸ਼ਾਇਦ 1.25 ਜਾਂ 1.5 ਗੁਣਾ ਜ਼ਿਆਦਾ, ਪਰ ਉਹਦੇ ਵਿੱਚ ਪ੍ਰੋਪਰ ਜਿਹੜੇ ਪਰਕਸ ਹੈਗੇ ਆ, ਪ੍ਰੋਪਰ ਜਿਹੜੀਆਂ ਫੈਸਿਲਿਟੀਜ਼ ਹੈਗੀਆਂ, ਹੈਲਥ ਇੰਸ਼ੋਰੈਂਸ ਆ, ਉਹ ਨਾ ਮਿਲਣ ਕਰਕੇ ਜਿਹੜਾ ਡਰਾਈਵਰ ਆ ਉਹ ਇਧਰੋਂ ਇਧਰ ਭੱਜਦੇ ਆ ਔਰ ਜਾਂ ਫਿਰ ਆਪਣਾ ਓਨਰ ਆਪਰੇਟਰ ਬਣ ਕੇ ਆਪਣੇ ਟਰੱਕ ਲੈ ਜਾਂਦੇ ਆ। ਸੋ ਡਰਾਈਵਰ ਦੀ ਕਮੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਕੀ ਜਿਹੋ ਜਿਹੇ ਹਾਦਸਿਆਂ ਨੂੰ ਅਸੀਂ ਜਨਮ ਦੇ ਰਹੇ ਹਾਂ, ਕੀ ਇਹ ਇੱਕ ਚੰਗਾ ਫਿਊਚਰ ਹੋ ਸਕਦਾ ਅਗਰ ਅਸੀਂ 50 ਜਾਂ 100 ਟਰੱਕ ਤੱਕ ਪਹੁੰਚ ਜਾਂਦੇ ਆ ਔਰ ਉਸ ਤੋਂ ਬਾਅਦ ਅਗਰ ਕਾਨੂੰਨ ਦੇ ਦਾਇਰੇ ਵਿੱਚ ਆ ਕੇ ਸਾਨੂੰ ਸਭ ਕੁਝ ਛੱਡਣਾ ਪੈਂਦਾ ਤਾਂ ਉਹਦਾ ਕੀ ਬੈਨੀਫਿਟ ਆ? ਉਹਦੇ ਨਾਲੋਂ ਅਸੀਂ ਆਪਣੀ ਗਰੋਥ ਜਿਹੜੀ ਆ ਉਹਨੂੰ ਸਲੋ ਰੱਖੀਏ। ਜਿਉਂ-ਜਿਉਂ ਡਰਾਈਵਰ ਸਾਨੂੰ ਚੰਗੇ ਮਿਲਦੇ ਆ, ਅਸੀਂ ਚੰਗੇ ਡਰਾਈਵਰ ਜਿਹੜੇ ਆ ਉਹ ਹਾਇਰ ਕਰਕੇ ਉਹਨਾਂ ਨੂੰ ਆਪਣੀ ਕੰਪਨੀ ਨੂੰ ਗਰੋ ਕਰੀਏ। ਉਹ ਸਲੋ ਗਰੋਥ ਜ਼ਰੂਰ ਹੋਵੇਗੀ ਪਰ ਉਹ ਇੱਕ ਪਰਮਾਨੈਂਟ ਗਰੋਥ ਹੋਵੇਗੀ। ਸੋ ਮੈਂ ਸਮਝਦਾ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਉਹ ਬਹੁਤ ਤੇਜ਼ੀ ਨਾਲ ਅੱਗੇ ਵਧਣ ਦੇ ਚੱਕਰ ਦੇ ਵਿੱਚ ਮਾੜਾ ਡਰਾਈਵਰ ਜਿਹੜੀਆਂ ਉਹ ਹਾਇਰ ਕਰਦੀਆਂ ਔਰ ਬਿਨਾਂ ਟ੍ਰੇਨ ਜਿਹੜੇ ਅਨਟ੍ਰੇਨਡ ਡਰਾਈਵਰ ਆ ਉਹਨਾਂ ਨੂੰ ਰੋਡ ਤੇ ਭੇਜਦੀਆਂ, ਜਿਹਦੇ ਕਰਕੇ ਇਹੋ ਜਿਹੇ ਹਾਦਸੇ ਵਾਪਰਦੇ ਆ। ਮੈਂ ਤੁਹਾਡੇ ਗਿਆਨ ਲਈ ਜਾਂ ਆਪਣੇ ਦਰਸ਼ਕਾਂ ਦੇ ਗਿਆਨ ਲਈ ਗੱਲ ਦੱਸਣਾ ਜ਼ਰੂਰ ਵਾਇਜ਼ ਸਮਝਦਾ ਕਿ ਪਹਿਲੇ 2 ਸਾਲ ਦੇ ਵਿੱਚ ਜਿਹੜੇ ਡਰਾਈਵਰ ਆ ਉਹ ਆਪਣੇ ਮੈਕਸਿਮਮ ਐਕਸੀਡੈਂਟ ਕਰਦੇ ਆ। ਟੋਟਲ ਜਿਹੜੇ ਐਕਸੀਡੈਂਟ ਅਮਰੀਕਾ ਦੀਆਂ ਧਰਤੀ ਦੇ ਉੱਤੇ ਹੁੰਦੇ ਹਨ ਜਾਂ ਸੜਕਾਂ ਦੇ ਉੱਤੇ ਹੁੰਦੇ ਹਨ, ਉਹਦਾ ਘੱਟੋ ਘੱਟ 60 ਤੋਂ 65% ਤੱਕ ਜਿਹੜੇ ਹਾਦਸੇ ਆ ਉਹ ਡਰਾਈਵਰ ਆਪਣੇ ਪਹਿਲੇ 2 ਸਾਲ 'ਚ ਕਰਦਾ। ਇਸ ਤੋਂ ਬਾਅਦ ਡਰਾਈਵਰ ਦੇ ਚਾਂਸ ਜਿਹੜੇ ਆ ਲਾਇਸੈਂਸ ਦੇ ਜਿਹੜੇ ਆਪਣੇ ਐਕਸੀਡੈਂਟ ਦੇ ਚਾਂਸ ਹਨ ਉਹ ਬਹੁਤ ਜ਼ਿਆਦਾ ਘਟ ਜਾਂਦੇ ਹਨ। ਇਸੇ ਕਰਕੇ ਪਹਿਲੇ 2 ਸਾਲ ਜਿਹੜੀ ਆ ਇੰਸ਼ੋਰੈਂਸ ਲਗਭਗ 1.5 ਤੋਂ ਲੈ ਕੇ ਦੁੱਗਣੀ ਹੁੰਦੀ ਹੈ ਕਿਸੇ ਵੀ ਇੰਸ਼ੋਰੈਂਸ ਕੰਪਨੀ, ਕਿਸੇ ਵੀ ਟਰੱਕਿੰਗ ਕੰਪਨੀ ਦੀ, ਜੇਕਰ ਉਹਦੇ ਡਰਾਈਵਰ ਦਾ ਲਾਇਸੈਂਸ ਜਿਹੜਾ ਉਹ 2 ਸਾਲ ਤੋਂ ਘੱਟ ਆ। ਈਵਨ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ 2 ਸਾਲ ਤੋਂ ਘੱਟ ਵਾਲਾ ਡਰਾਈਵਰ ਜਿਹੜੀਆਂ ਉਹ ਹਾਇਰ ਹੀ ਨਹੀਂ ਕਰਨ ਦਿੰਦੀਆਂ। ਪਰ ਸਾਡੀ ਟਰੱਕਿੰਗ ਕੰਪਨੀਆਂ ਜਿਹੜੀਆਂ ਸਾਡੀਆਂ ਕੰਪਨੀਆਂ ਹੈ ਉਹ ਡਰਾਈਵਰ ਬਿਨਾਂ ਐਨਰੋਲ ਕਰਾਉਣ ਤੋਂ ਵਿਦਆਊਟ ਇੰਸ਼ੋਰੈਂਸ 70% ਤੱਕ ਕਈ ਕੰਪਨੀਆਂ ਦੇ ਡਰਾਈਵਰ ਹਨ ਜਿਹੜੇ ਬਿਨਾਂ ਐਨਰੋਲ ਹੋਣ ਤੋਂ ਰੋਡ ਦੇ ਉੱਤੇ ਚੱਲਦੇ ਹਨ। ਔਰ ਜਦੋਂ ਜਿਹੜੇ ਕੰਪਨੀ ਨੂੰ ਇੰਸ਼ੋਰੈਂਸ ਕੁਆਲੀਫਾਈ ਨਹੀਂ ਕਰਦੀ, ਉਹਨੂੰ ਨਹੀਂ ਐਨਰੋਲ ਕਰ ਰਹੀ, ਇਹਦਾ ਮਤਲਬ ਇਹ ਹੈ ਕਿ ਉਹ ਡਰਾਈਵਰ ਜਿਹੜਾ ਆ ਉਹਦੀ ਟ੍ਰੇਨਿੰਗ ਵਿੱਚ ਕਮੀ ਹੈ, ਉਹਦੇ ਵਿੱਚ ਪਿੱਛੇ ਕੋਈ ਨਾ ਕੋਈ ਕਾਰਨ ਹੈ। ਜਦੋਂ ਅਸੀਂ ਇੰਸ਼ੋਰੈਂਸ ਨੂੰ ਬਾਈਪਾਸ ਕਰਕੇ ਅਸੀਂ ਉਸ ਨੌਨ ਕੁਆਲੀਫਾਈਡ ਡਰਾਈਵਰ ਆ ਉਹਨਾਂ ਨੂੰ ਚਾੜਨ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਇਹੋ ਜਿਹੇ ਹਾਦਸੇ ਵਾਪਰਨੇ ਜਿਹੜੇ ਆ ਉਹ ਬੜੇ ਸੁਭਾਵਿਕ ਆ। ਠੀਕ ਹੈ, ਪਰ ਕੰਪਨੀ ਦਾ ਚਲੋ ਨਿਯਮਾਂ ਦੀ ਆਪਣੇ ਤੌਰ ਤੇ ਪਾਲਣਾ ਕਰਦੀਆਂ ਨੇ, ਪਰ ਕਰਨੀ ਵੀ ਚਾਹੀਦੀ ਹੈ ਜੇਕਰ ਉਹ ਨਹੀਂ ਕਰ ਰਹੀਆਂ। ਪਰ ਦੂਜੇ ਪਾਸੇ ਜੇਕਰ ਫਰਜ਼ ਦੀ ਗੱਲ ਕਰੀਏ ਤਾਂ ਡਰਾਈਵਰ ਭਾਈਚਾਰੇ ਦੇ ਇਹਨਾਂ ਵੱਧਦੇ ਜਾ ਰਹੇ ਹਾਦਸਿਆਂ ਤੇ ਠੱਲ ਪਾਉਣ ਲਈ ਕੀ ਫਰਜ਼ ਬਣਦੇ ਨੇ? ਦੇਖੋ, ਡਰਾਈਵਰਾਂ ਨੂੰ ਮੈਂ ਜੇਕਰ ਕਾਨੂੰਨ ਤੋਂ ਥੋੜਾ ਹਟ ਕੇ ਗੱਲ ਕਰਾਂ, ਥੋੜੀ ਸਮਾਜਿਕ ਗੱਲ ਕਰਾਂ, ਤੇ ਮੇਰੇ ਖਿਆਲ ਨਾਲ ਡਰਾਈਵਰਸ ਨੂੰ ਜਿਹੜੀ ਬਹੁਤ ਜ਼ਿਆਦਾ ਦੌੜ ਹੈ ਕਿ ਅਸੀਂ ਲੱਖ ਡਾਲਰ ਸਾਲ ਦਾ ਕਮਾਉਣਾ ਜਾਂ 90 ਹਜ਼ਾਰ ਡਾਲਰ ਕਮਾਉਣਾ, ਇਹ ਪਹਿਲੇ ਸਾਲ 2 ਸਾਲ ਵਾਸਤੇ ਇਸ ਚੀਜ਼ ਨੂੰ ਉਹਨਾਂ ਨੂੰ ਠੱਲ ਪਾਉਣੀ ਚਾਹੀਦੀ ਹੈ। ਔਰ ਜਿਹੜੇ ਪੇਰੈਂਟਸ ਇੰਡੀਆ ਬੈਠੇ ਆ, ਮੈਂ ਸਮਝਦਾ ਕਿ ਮੈਂ ਅੱਗੇ ਵੀ ਇੱਕ ਦਿਨ ਹਰਜੀਤ ਗਿੱਲ ਹੋਣਾ ਦੇ ਸ਼ੋਅ ਤੋਂ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਜਦੋਂ ਇੱਕ ਡਰਾਈਵਰ ਮਰਦਾ ਰੋਡ ਦੇ ਉੱਤੇ ਕਿਸੇ ਅਣਗਹਿਲੀ ਕਰਕੇ ਜਾਂ ਕਿਸੇ ਤੇਜ਼ੀ ਕਰਕੇ, ਤਾਂ ਉਹਦੇ ਪਿੱਛੇ ਇਕੱਲਾ ਡਰਾਈਵਰ ਜ਼ਿੰਮੇਵਾਰ ਨਹੀਂ ਹੁੰਦਾ, ਉਹਦੇ ਵਿੱਚ ਟਰੱਕਿੰਗ ਸਕੂਲ, ਉਹਦੇ ਵਿੱਚ ਉਹਦੀਆਂ ਕੰਪਨੀਆਂ, ਉਹਦੇ ਵਿੱਚ ਪੂਰਾ ਭਾਈਚਾਰਾ, ਉਹਦੇ ਪਿੱਛੇ ਪੂਰੀ ਈਵਨ ਇੰਡੀਆ ਬੈਠੇ ਉਹਦੇ ਪੇਰੈਂਟਸ, ਉਹਦੇ ਰਿਸ਼ਤੇਦਾਰ ਵੀ ਜ਼ਿੰਮੇਵਾਰ ਹੁੰਦੇ ਆ। ਸੋ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਜ਼ਰੂਰਤ ਹੈ। ਪੇਰੈਂਟਸ ਨੂੰ ਜਦੋਂ ਇੱਥੇ ਲੜਕਾ ਆਉਂਦਾ ਆ, ਟਰੱਕ ਚਲਾਉਣਾ ਸ਼ੁਰੂ ਕਰਦਾ, ਤਾਂ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਉੱਥੇ ਬੈਠਿਆਂ ਨੂੰ ਕਿ ਭਾਈ ਜਦੋਂ ਬੰਦਾ ਟਰੱਕ ਚਲਾ ਰਿਹਾ ਇਹਦੇ ਦਿਮਾਗ ਤੇ ਸਟ੍ਰੈਸ ਨਹੀਂ ਹੋਣੀ ਚਾਹੀਦੀ। ਸਾਨੂੰ ਇਹਨੂੰ ਬਾਰ-ਬਾਰ ਕਾਲਾਂ ਕਰਕੇ ਪਿੱਛੇ ਬਹੁਤ ਜ਼ਿਆਦਾ ਡਿਮਾਂਡਸ ਨਹੀਂ ਰੱਖਣੀ ਚਾਹੀਦੀਆਂ, ਕਿਉਂਕਿ ਪਹਿਲੇ ਸਾਲ 2 ਸਾਲ ਟਰੱਕ ਚਲਾਉਣਾ ਬੜਾ ਔਖਾ ਕੰਮ ਹੁੰਦਾ। 2 ਸਾਲ ਬਾਅਦ ਫਿਰ ਤੁਸੀਂ ਟਰੱਕ ਚਲਾਉਣ ਲਈ ਹੈਬਚੁਅਲ ਹੋ ਜਾਂਦੇ ਹੋ, ਤੁਹਾਡੀ ਪ੍ਰੋਪਰ ਟ੍ਰੇਨਿੰਗ ਹੋ ਜਾਂਦੀ ਆ। ਪਹਿਲੇ ਸਾਲ 2 ਸਾਲ ਵਿੱਚ ਜਦੋਂ ਇੱਥੋਂ ਲੜਕਾ ਟਰੱਕ ਦੀ ਚਾਬੀ ਫੜਦਾ ਤੇ ਉੱਤੋਂ ਮਾਂ ਪਿਓ ਦੀ ਕਾਲਾਂ ਆਉਣੀ ਸ਼ੁਰੂ ਹੋ ਜਾਂਦੀਆਂ ਕਿ ਭਾਈ ਲਿਆ ਤੁਹਾਨੂੰ 5 ਲੱਖ ਭੇਜ, ਮੈਂ ਉਹ ਜ਼ਮੀਨ ਹੋਰ ਲੈਣੀ ਆ, ਮੇਰਾ ਬੰਨਾ ਸਿੱਧਾ ਕਰਨਾ ਆ, ਜਾਂ ਮੈਂ ਘਰ ਸ਼ੁਰੂ ਕਰ ਲਿਆ ਬਣਾਉਣਾ, ਮੈਂ ਕੋਠੀ ਬਣਾਉਣੀ ਆ। ਪਹਿਲੇ ਸਾਲ 2 ਸਾਲ ਜਦੋਂ ਲੜਕਾ ਟਰੱਕ ਚਲਾਉਂਦਾ ਆ, ਤੇ ਮੈਂ ਸਮਝਦਾ ਕਿ ਘਰਦਿਆਂ ਦੀ ਇੰਨੀ ਕੁ ਦਿਆਨਤਦਾਰੀ ਜ਼ਰੂਰ ਚਾਹੀਦੀ ਆ, ਘਰਦਿਆਂ ਦੀ ਇੰਨੀ ਜ਼ਿੰਮੇਵਾਰੀ ਜ਼ਰੂਰ ਚਾਹੀਦੀ ਹੈ ਕਿ ਉਹਨੂੰ ਕਹਿਣਗੇ ਭਾਈ ਨਹੀਂ, ਸਾਨੂੰ ਪੈਸਿਆਂ ਦੀ ਹਾਲੇ ਜ਼ਰੂਰਤ ਨਹੀਂ,
ਤੂੰ ਪੈਸੇ ਆਪਣੇ ਬੇਸ਼ੱਕ ਘੱਟ ਕਮਾ, ਪਰ ਪ੍ਰੋਪਰ ਟ੍ਰੇਨਿੰਗ ਲੈ। ਸਾਲ 2 ਸਾਲ ਵਾਸਤੇ ਤੂੰ ਇਕੱਲਾ ਟਰੱਕ ਬਿਲਕੁਲ ਨਹੀਂ ਚਲਾਉਣਾ, ਤੂੰ ਟੀਮ ਡਰਾਈਵਰ ਦੇ ਨਾਲ ਟਰੱਕ ਚਲਾਉਣਾ, ਤਾਂ ਕਿ ਤੇਰੀ ਜਿਹੜੀ ਹੈਗੀ ਆ ਟ੍ਰੇਨਿੰਗ ਪ੍ਰੋਪਰ ਹੋ ਸਕਦੇ। ਪੈਸਾ ਸਾਰੀ ਜ਼ਿੰਦਗੀ ਮੁੜ ਕੇ ਕਮਾਉਣਾ ਹੁੰਦਾ, ਪਰ ਅਸੀਂ ਬਿਲਕੁਲ ਇਦਾਂ ਦੀਆਂ ਗਲਤੀਆਂ ਕਰਕੇ ਹੱਥ ਨਾ ਮਲੇ। ਔਰ ਦੂਸਰੀ ਗੱਲ ਹੋਰ, ਜਿਹੜੇ ਡਰਾਈਵਰ ਆ, ਦੇਖੋ 25-26 ਸਾਲ ਦੀ ਉਮਰ ਦੇ ਵਿੱਚ, ਬੇਸ਼ੱਕ ਮੈਂ ਸਮਝਦਾ ਕਿ ਇੱਕ ਬੜੀ ਤਿਲਕਮੀ ਉਮਰ ਹੁੰਦੀ ਆ, ਬੰਦਾ ਉਹਨਾਂ ਆਪਣਾ ਨਫਾ ਨੁਕਸਾਨ ਸੋਚਣ ਦੇ ਕਾਬਿਲ ਨਹੀਂ ਹੁੰਦਾ, ਪਰ ਫਿਰ ਵੀ ਅਸੀਂ ਅਮਰੀਕਾ ਵਰਗੇ ਮੁਲਕ ਵਿੱਚ ਆ ਰਹੇ ਹਾਂ, ਅਸੀਂ ਟਰੱਕ ਚਲਾ ਰਹੇ ਹਾਂ, ਏਡਾ ਵੱਡਾ ਅਸੀਂ ਰਿਸਕ ਲੈ ਰਹੇ ਹਾਂ ਲਾਈਫ ਦਾ। ਸਾਨੂੰ ਕੁਝ ਆਪਣੇ ਲੈਵਲ ਤੇ ਵੀ ਇਹ ਗੱਲਾਂ ਸੋਚਣੀਆਂ ਜ਼ਰੂਰੀ ਹੈ ਕਿ ਭਾਈ ਕੀ ਅਸੀਂ ਸੋਸ਼ਲ ਮੀਡੀਆ ਤੋਂ ਬਗੈਰ ਨਹੀਂ ਰਹਿ ਸਕਦੇ, ਕੀ ਅਸੀਂ ਮੂਵੀ ਦੇਖਣ ਤੋਂ ਬਗੈਰ ਨਹੀਂ ਰਹਿ ਸਕਦੇ। ਅਸੀਂ ਟਰੱਕ ਚਲਾਉਂਦੇ ਰਹੇ ਹਾਂ, ਈਸਟ ਨੂੰ ਜਾਂਦੇ ਰਹੇ ਹਾਂ, ਅਸੀਂ ਆਮ ਕਥਾ ਕਹਾਣੀਆਂ ਸੁਣਦੇ ਸੀ, ਢਾਡੀ ਵਾਰਾਂ ਸੁਣਦੇ ਸੀ, ਚੰਗੇ ਗਾਣੇ ਵੀ ਸੁਣਦੇ ਰਹੇ, ਅਸੀਂ ਮਾਣਖੁਣਾ ਨੂੰ ਸੁਣਦੇ ਰਹੇ, ਹੋਰ ਚੰਗੇ ਗਾਣੇ ਸੁਣਦੇ ਰਹੇ। ਔਰ ਵਕਤ ਦੇਖੋ 11-12 ਸਾਡੇ ਅੱਜ ਕੱਲ ਤਾਂ ਬੜਾ ਸੌਖਾ ਕੰਮ ਹੋ ਗਿਆ। ਸਾਡੇ ਵੇਲੇ ਆਮ ਸਾਨੂੰ 16 16.5 17 ਘੰਟੇ ਟਰੱਕ ਚਲਾਉਣਾ ਪੈਂਦਾ ਸੀ, ਕਿਉਂਕਿ ਉਦੋਂ ਲੌਗ ਬੁੱਕ ਨਾਲ ਹੇਰਾ ਫੇਰੀਆਂ ਥੋੜੀਆਂ ਬਹੁਤੀਆਂ ਹੁੰਦੀਆਂ ਸੀ, ਪੇਪਰ ਲੌਗ ਬੁੱਕ ਹੁੰਦੀ ਸੀ। ਕੰਪਨੀਆਂ ਵੀ ਸਾਨੂੰ ਪ੍ਰੈਸ਼ਰਾਈਜ਼ ਕਰਦੀਆਂ ਸੀ ਕਿ ਨਹੀਂ ਭਾਈ ਇਹ ਲੋਡ ਲਾਉਣਾ ਹੀ ਲਾਉਣਾ। ਪਰ ਹੁਣ ਤਾਂ ਲੌਗ ਬੁੱਕ ਜਿਹੜੀਆਂ ਇਲੈਕਟ੍ਰੋਨਿਕ ਹੋ ਚੁੱਕੀਆਂ, 11 ਘੰਟੇ ਦੀ ਸਿਰਫ ਡਰਾਈਵ ਆ, ਉਸ ਤੋਂ ਬਾਅਦ 10 ਘੰਟੇ ਤੁਹਾਨੂੰ ਜਿਹੜਾ ਹੈਗਾ ਉਹ ਰੁਕਣਾ ਪੈਂਦਾ। ਸੋ ਹੁਣ ਇੰਨਾ ਔਖਾ ਨਹੀਂ ਰਿਹਾ, ਹੁਣ ਏਡੀ ਨਹੀਂ ਸਾਨੂੰ ਕਾਹਲੀ ਕਰਨੀ ਚਾਹੀਦੀ ਹੈ। 11 ਘੰਟੇ ਵਿੱਚ ਅਸੀਂ ਜ਼ਰੂਰੀ ਪਿਕਚਰ ਦੇਖਣੀ ਹੈ, ਔਰ ਇਹ ਵੈਸੇ ਵੀ ਇੱਕ ਬੜੀ ਵੱਡੀ ਗੈਰ ਜ਼ਿੰਮੇਵਾਰੀ ਹੈ ਕਿ ਅਸੀਂ ਕਿਉਂ ਪਿਕਚਰ ਦੇਖਦੇ ਜਦੋਂ ਅਸੀਂ ਤਨਖਾਹ ਲੈ ਰਹੇ ਹਾਂ ਟਰੱਕ ਚਲਾਉਣ ਦੀ। ਅਗਰ ਅਸੀਂ, ਮੈਂ ਸਮਝਦਾ ਕਿ ਟਰੱਕਿੰਗ ਦੇ ਵਿੱਚ ਸਾਡੇ ਜ਼ਿਆਦਾਤਰ ਜਿਹੜੇ ਟਰੱਕਿੰਗ ਵਿੱਚ ਮੁੰਡੇ ਆ ਰਹੇ ਅੱਜ, ਉਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ, ਕੋਈ ਇੰਜੀਨੀਅਰ ਨਹੀਂ ਹਨ, ਡਾਕਟਰ ਨਹੀਂ ਹਨ। ਕਿਉਂਕਿ ਜੋ ਇੰਜੀਨੀਅਰ ਡਾਕਟਰ ਹਨ ਤਾਂ ਉਹਨਾਂ ਨੂੰ ਆਪਣੀਆਂ ਜੌਬਾਂ ਮਿਲ ਰਹੀਆਂ ਹਨ, ਰਾਈਟ। ਸੋ ਇਹ ਬਹੁਤ ਜ਼ਿਆਦਾ ਪੜ੍ਹੇ ਲਿਖੇ ਲੜਕੇ ਨਹੀਂ ਹਨ। ਜਦੋਂ ਇੱਕ ਪੜ੍ਹਿਆ ਲਿਖਿਆ ਨਾ ਹੋਣ ਵਾਲਾ ਲੜਕਾ ਅਗਰ ਫੈਕਟਰੀ ਵਿੱਚ ਜੌਬ ਕਰਦਾ ਤਾਂ ਉਹ 8 ਘੰਟੇ ਜੌਬ ਕਰਦਾ, ਔਰ ਉਸ ਜੌਬ ਦੇ ਵਿੱਚ ਉਹਨੂੰ ਫੋਨ ਦੇਖਣਾ ਤਾਂ ਬਹੁਤ ਵੱਡੀ ਗੱਲ ਹੈ। ਕਈ ਵਾਰੀ ਅੰਦਰ ਲੈ ਕੇ ਜਾਣਾ ਵੀ ਅਲਾਉਡ ਨਹੀਂ ਹੁੰਦਾ। ਤੁਸੀਂ ਬੈਲਟਾਂ ਦੇ ਕੰਮ ਕਰਦੇ ਹੋ, ਤੁਸੀਂ ਹੋਰ ਪੈਕਿੰਗ 'ਚ ਕੰਮ ਕਰਦੇ ਹੋ, ਤੁਸੀਂ ਹੋਰ ਕਿਤੇ ਈਵਨ ਐਜ਼ ਏ ਆਫਿਸ ਜੌਬ ਕਰਦੇ ਹੋ, ਤੁਹਾਨੂੰ ਕੋਈ ਵੀ ਆਪਣਾ ਸੋਸ਼ਲ ਮੀਡੀਆ ਵਰਤੋਂ ਕਰਨ ਦੀ ਆਗਿਆ ਨਹੀਂ ਹੁੰਦੀ। ਤਾਂ ਫਿਰ ਅਸੀਂ ਟਰੱਕਿੰਗ ਵਿੱਚ ਹੀ ਕਿਉਂ ਇਹ ਗਲਤੀ ਕਰਦੇ ਹਾਂ? ਇਸ ਕਰਕੇ ਕਿ ਸਾਨੂੰ ਕੋਈ ਦੇਖ ਨਹੀਂ ਰਿਹਾ। ਔਰ ਕੰਪਨੀਆਂ ਦੀ ਮੈਂ ਸਮਝਦਾ ਇਹ ਡਿਊਟੀ ਬਣਦੀ ਆ ਕਿ ਉਹ ਜਿਹੜੇ ਡਬਲ ਡੈਸ਼ ਕੈਮਰੇ ਹਨ, ਜਿਹੜੇ ਅੱਜ ਕੱਲ੍ਹ ਡੈਸ਼ ਕੈਮਰਾਜ਼ ਹਨ, ਜਿਹੜੇ ਡਬਲ ਫੇਸ ਕੈਮਰੇ ਆ, ਉਹਨਾਂ ਨੂੰ ਯੂਜ਼ ਕਰਨੇ ਚਾਹੀਦੇ ਹਨ। ਕਿਉਂਕਿ ਅਗਰ ਡਰਾਈਵਰ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਤਾਂ ਇਸ ਚੀਜ਼ ਨੂੰ ਇਨਫੋਰਸ ਕੀਤਾ ਜਾਣਾ ਚਾਹੀਦਾ ਹੈ ਕਿ ਭਾਈ ਡਰਾਈਵਰ ਜਿਹੜਾ ਉਹ ਫੋਨ ਦੇ ਉੱਤੇ ਨਾ ਰਵੇ। ਬਕਾਇਦਾ ਅੰਦਰ ਕੈਮਰੇ ਲੱਗਣੇ ਚਾਹੀਦੇ ਆ ਤਾਂ ਕਿ ਡਰਾਈਵਰ ਜਿਹੜੇ ਆ ਇਹਨਾਂ ਚੀਜ਼ਾਂ ਦੀ ਵਰਤੋਂ ਘਟਾਉਣ। ਜੇਕਰ ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਤਾਂ ਇਹ ਫੋਰਸਫੁਲੀ ਚੀਜ਼ ਜਿਹੜੀ ਹੈ ਇਹ ਇਨਫੋਰਸ ਹੋਣੀ ਚਾਹੀਦੀ ਹੈ। ਬਿਲਕੁਲ, ਬਹੁਤ ਸਹੀ ਸ਼ਬਦਾਂ ਵਿੱਚ ਤੁਸੀਂ ਪੂਰੀ ਗੱਲ ਬਖਾਨ ਕੀਤਾ ਹੈਗਾ, ਕਿਉਂਕਿ ਇਹ ਗੱਲ ਕੰਪਨੀਆਂ ਨੂੰ ਸਮਝਣੀ ਚਾਹੀਦੀ ਹੈ ਔਰ ਡਰਾਈਵਰ ਭਰਾਵਾਂ ਨੂੰ ਵੀ ਸਮਝਣੀ ਚਾਹੀਦੀ ਹੈ। ਕਿਉਂਕਿ ਜਦੋਂ ਤੁਸੀਂ ਸੜਕ ਤੇ ਚੱਲ ਰਹੇ ਹੁੰਦੇ ਹੋ, ਤੁਸੀਂ ਆਪਣਾ ਤਾਂ ਧਿਆਨ ਰੱਖਣਾ ਹੀ ਹੈ, ਬਾਕੀ ਹੋਰਨਾਂ ਜਿਹੜੇ ਲੋਕ ਜਿਹੜੇ ਚੱਲ ਰਹੇ ਨੇ ਸੜਕ ਤੇ ਉਹਨਾਂ ਦਾ ਵੀ ਧਿਆਨ ਰੱਖਣਾ ਹੈ। ਕਿਉਂਕਿ ਉਸ ਵਿੱਚ ਕਈ ਲੋਕ ਆਪਣੇ ਪਰਿਵਾਰਾਂ ਲਈ ਕੰਮ ਕਰ ਰਹੇ ਹੁੰਦੇ ਨੇ, ਉਹ ਵੀ ਜਾ ਰਹੇ ਹੁੰਦੇ ਨੇ, ਆਪਣੇ ਬਿਜ਼ਨਸ ਲਈ ਜਾ ਰਹੇ ਹੁੰਦੇ ਨੇ, ਕਈ ਪਰਿਵਾਰ ਸਫਰ ਕਰ ਰਹੇ ਹੁੰਦੇ ਨੇ। ਕਿਉਂਕਿ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਜਿਹੜੀ ਹੈ ਉਹਨਾਂ ਤੇ ਬਹੁਤ ਭਾਰੀ ਪੈ ਸਕਦੀ ਹੈ। ਸੋ ਹੁਣ ਅਗਲਾ ਸੈਗਮੈਂਟ ਅਸੀਂ ਸ਼ੁਰੂ ਕਰਦੇ ਹਾਂ ਟਾਂਡਾ ਸਾਹਿਬ, ਜੋ ਕਿ ਹੁਣ ਸਵਾਲ ਜਵਾਬ ਦਾ ਸੈਕਸ਼ਨ ਹੈ। ਔਰ ਸਾਡੇ ਕਈ ਜਿਹੜੇ ਦਰਸ਼ਕ ਹੁੰਦੇ ਨੇ ਉਹ ਸਾਨੂੰ ਆਪਣੇ ਸਵਾਲ ਭੇਜਦੇ ਨੇ ਔਰ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਦਾ ਜਵਾਬ ਦਿਓ। ਔਰ ਜਿਹੜਾ ਅੱਜ ਦਾ ਸਭ ਤੋਂ ਪਹਿਲਾ ਸਵਾਲ ਹੈ ਉਹ ਸੈਕਰਾਮੈਂਟੋ ਤੋਂ ਸੁਖਚੈਨ ਸਿੰਘ ਸਾਡੇ ਤੋਂ ਪੁੱਛ ਰਹੇ ਨੇ ਸਵਾਲ। ਔਰ ਉਹਨਾਂ ਦਾ ਸਵਾਲ ਹੈ ਕਿ ਮੇਰੇ ਕੋਲ ਆਪਣੇ ਨਾਂ ਦੀ ਇੱਕ ਇੰਡੀਵਿਜੂਅਲ ਕੰਪਨੀ ਹੈ ਔਰ ਮੈਂ ਕਾਰਪੋਰੇਸ਼ਨ ਦੇ ਹੇਠਾਂ ਹੁਣ ਬਿਜ਼ਨਸ ਕਰਨਾ ਚਾਹੁੰਦਾ, ਮੈਨੂੰ ਕੀ ਕਰਨਾ ਪਏਗਾ? ਹਾਂਜੀ, ਵੈਸੇ ਅਕਸਰ ਮੈਂ ਦੇਖਿਆ ਜਦੋਂ ਅਸੀਂ ਕੰਮ ਸ਼ੁਰੂਆਤ ਕਰਦੇ ਹਾਂ ਤੇ ਅਸੀਂ ਸੋਲ ਪ੍ਰੋਪਰੇਟਰ ਦੇ ਅੰਡਰ ਕੰਮ ਸ਼ੁਰੂ ਕਰਦੇ ਹਾਂ। ਪਰ ਜਦੋਂ ਥੋੜੀ ਜਿਹੀ ਕੰਪਨੀ ਵੱਡੀ ਹੁੰਦੀ ਹੈ, ਜਦੋਂ ਗਰੋ ਕਰਦੀ ਹੈ ਤੇ ਜਾਂ ਅਸੀਂ ਕੋਈ ਐਸਟ ਵਗੈਰਾ ਆਪਣੇ ਬਾਏ ਕਰਦੇ ਹਾਂ, ਤੇ ਵੈਸੇ ਇਹ ਚੰਗਾ ਡਿਸੀਜਨ ਹੁੰਦਾ। ਹੋਰ ਟੈਕਸ ਬੈਨੀਫਿਟ ਵੀ ਬਹੁਤ ਵਧੀਆ ਹੁੰਦੇ ਹਨ, ਕਿਉਂਕਿ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਹੈ, ਇਹ 'ਚ ਕੋਈ ਨੁਕਸਾਨ ਨਹੀਂ ਹੈ, ਚੰਗੀ ਚੀਜ਼ ਹੈ। ਜਿਹੜੇ ਸੱਜਣ ਵੀ ਭਾਈ ਨੇ ਸੁਖਚੈਨ ਸਿੰਘ ਸ਼ਾਇਦ ਜਿਹਨਾਂ ਤੁਸੀਂ ਨਾਮ ਲਿਆ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਕਿਸੇ ਪ੍ਰੋਪਰ ਆਪਣੇ ਜਿਹੜਾ ਏਜੰਟ ਹੈਗਾ ਆ ਉਹਨੂੰ ਮਿਲ ਜਾ ਕੇ, ਜਿਹੜਾ ਵੀ ਉਹਨਾਂ ਦੇ ਇਲਾਕੇ ਦੇ ਵਿੱਚ ਕੁਆਲੀਫਾਈ ਕਰਦਾ, ਸਾਨੂੰ ਕਾਲ ਕਰ ਸਕਦੇ ਆ ਕਦੀ ਵੀ ਉਹ। ਉਹਦੇ ਵਿੱਚ ਕੀ ਹੈਗਾ ਕਿ ਕੁਝ ਜਿਹੜੇ ਪਰਮਿਟਸ ਹੈਗੇ, ਜਿਵੇਂ ICC ਔਰ DOT ਨੰਬਰ, ਜਿਹਨੂੰ ਅਸੀਂ MC ਪਰਮਿਟ ਕਹਿੰਦੇ ਆ ਜੀ, ਇਹ ਦੋਨੇ ਜਿਹੜੇ ਪਰਮਿਟ ਹੈ ਉਹ ਬਕਾਇਦਾ ਨੇਮ ਚੇਂਜ ਉਹਨਾਂ ਦੇ ਉੱਤੇ ਹੁੰਦਾ ਆ ਔਰ ਉਹਨਾਂ ਨੂੰ ਕੋਈ ਵੀ ਕਿਸੇ ਕਿਸਮ ਦਾ ਨਵਾਂ ਪਰਮਿਟ ਨਹੀਂ ਲੈਣਾ ਪੈਂਦਾ। ਪਰ ਕੁਝ ਪਰਮਿਟਸ ਹੈਗੇ ਆ ਉਹ ਜਦੋਂ ਤੁਸੀਂ ਇੰਡੀਵਿਜੂਅਲ ਤੋਂ ਕਾਰਪੋਰੇਸ਼ਨ ਜਾਂਦੇ ਆ, ਸਭ ਤੋਂ ਪਹਿਲਾਂ ਕਾਰਪੋਰੇਸ਼ਨ ਕ੍ਰੀਏਟ ਹੁੰਦੀ ਹੈ, ਉਹਦੀ ਫੈਡਰਲ ID ਆਉਂਦੀ ਹੈ ਔਰ ਉਸ ਤੋਂ ਬਾਅਦ ਤੁਹਾਡੇ ਜਿਹੜੇ ਨੇਮ ਚੇਂਜ ਦਾ ਸਿਲਸਿਲਾ ਸ਼ੁਰੂ ਹੁੰਦਾ। ਕੁਝ ਪਰਮਿਟਸ ਜਿਹੜੇ ਹੈਗੇ ਆ ਉਹਨਾਂ ਉੱਤੇ ਨੇਮ ਚੇਂਜ ਨਹੀਂ ਹੋ ਸਕਦਾ, ਉਹ ਸਾਨੂੰ ਇੰਡੀਵਿਜੂਅਲ ਪਰਮਿਟ ਜਿਹੜੇ ਆ ਉਹਨਾਂ ਨੂੰ ਕੈਂਸਲ ਕਰਵਾ ਕੇ ਔਰ ਨਵੇਂ ਪਰਮਿਟ ਲੈਣ ਦੀ ਜ਼ਰੂਰਤ ਪੈਂਦੀ ਹੈ।
ਜੀ। ਕੁਝ ਪਰਮਿਟਸ ਐਸੇ ਹੁੰਦੇ ਹਨ ਜਿਹੜੇ ਅਸੀਂ ਟ੍ਰਾਂਸਫਰ ਕਰ ਦਿੰਦੇ ਹਾਂ, ਜਿਵੇਂ DOT ਔਰ MC ਪਰਮਿਟ, ਜਿਹੜਾ ਫੈਡਰਲ ਦਾ ਦੋਨੇ ਪਰਮਿਟ ਹਨ, ਇਹ ਬਕਾਇਦਾ ਨੇਮ ਚੇਂਜ ਕਰਨਾ ਅਲਾਉ ਕਰਦੇ ਹਨ। ਪਰ ਜਿਹੜੇ ਜੀ। ਕੈਲੀਫੋਰਨੀਆ ਦੇ ਪਰਮਿਟ ਹਨ, ਜਿਵੇਂ CA ਨੰਬਰ ਹੋ ਗਿਆ, ਮੋਟਰ ਕੈਰੀਅਰ ਪਰਮਿਟ ਹੋ ਗਿਆ ਜਾਂ IFTA, ਇਹ ਸਾਨੂੰ ਬਕਾਇਦਾ ਕੈਂਸਲ ਕਰਵਾ ਕੇ ਨਵੇਂ ਪਰਮਿਟ ਲੈਣੇ ਪੈਂਦੇ ਹਨ। ਸੋ ਮੇਰੀ ਇਹਨਾਂ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਇਹ ਬਾਹਰ ਨੂੰ ਨਿਊ ਮੈਕਸੀਕੋ ਵਗੈਰਾ ਚੱਲਦੇ ਹਨ ਤੇ ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਚੇਂਜਸ ਹੁੰਦੀਆਂ ਹਨ, ਕਿਉਂਕਿ DOT ਨੰਬਰ ਤੁਹਾਡਾ ਸੇਮ ਰਹਿੰਦਾ ਹੈ, ਪਰ ਉਹਦੇ ਬਾਵਜੂਦ ਵੀ ਤੁਹਾਨੂੰ ਤੁਹਾਡੀ ਫੈਡਰਲ ID ਜਦੋਂ ਚੇਂਜ ਹੋ ਜਾਂਦੀ ਹੈ, ਤੁਹਾਨੂੰ ਉਹ ਜੀ। ਵੀ ਪ੍ਰੋਪਰ ਪਰਮਿਟ ਆਪਣਾ ਬੰਦ ਕਰਵਾ ਕੇ ਨਵਾਂ ਪਰਮਿਟ ਸ਼ੁਰੂ ਕਰਵਾਉਣਾ ਹੁੰਦਾ। ਸੋ ਇਸ ਤਰ੍ਹਾਂ ਕਰਕੇ ਸਾਰੇ ਜਿੰਨੇ ਵੀ ਸੱਜਣ ਨਵੇਂ ਸੋਲ ਪ੍ਰੋਪਰੇਟਰ ਤੋਂ ਕਾਰਪੋਰੇਸ਼ਨ ਵੱਲ ਜਾਂਦੇ ਹਨ, ਤੇ MC ਔਰ DOT ਨੰਬਰ ਨੂੰ ਛੱਡ ਕੇ ਇੱਕ UCR ਨੂੰ ਛੱਡ ਕੇ ਇਹ ਤਿੰਨੇ ਪਰਮਿਟ ਜਿਹੜੇ ਆ ਪੁਰਾਣੇ ਵਾਲੇ ਰਹਿੰਦੇ ਹਨ। ਇਹਨਾਂ ਦੇ ਕੇਵਲ ਤੇ ਕੇਵਲ ਨੇਮ ਚੇਂਜ ਹੁੰਦਾ ਹੈ, ਬਾਕੀ ਸਾਰੇ ਪਰਮਿਟ ਜਿਹੜੇ ਆ ਉਹ ਇਹਨਾਂ ਨੂੰ ਨਵੇਂ ਲੈਣੇ ਪੈਣਗੇ। ਠੀਕ ਹੈ, ਅਗਲੇ ਸਵਾਲ ਵੱਲ ਚਲਦੇ ਹਾਂ ਔਰ ਉਮੀਦ ਹੈ ਕਿ ਸੁਖਚੈਨ ਸਿੰਘ ਜੀ ਤੁਹਾਨੂੰ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਬਖੂਬੀ ਮਿਲ ਗਿਆ ਹੋਵੇਗਾ। ਸੋ ਅਗਲਾ ਜਿਹੜਾ ਸਵਾਲ ਹੈ ਟਾਡਾ ਸਾਹਿਬ ਸਾਡੇ ਕੋਲ ਫ੍ਰੈਸਨੋ ਤੋਂ ਹੈ ਔਰ ਫ੍ਰੈਸਨੋ ਤੋਂ ਜਰਮਨ ਸਿੰਘ ਸਾਨੂੰ ਲਿਖ ਰਹੇ ਨੇ। ਉਹਨਾਂ ਦਾ ਸਵਾਲ ਹੈ ਕਿ ਮੇਰੇ ਕੋਲ MC ਅਥਾਰਟੀ ਮੌਜੂਦ ਹੈ, ਪਰ ਮੈਂ ਲੋਕਲ ਕੈਲੀਫੋਰਨੀਆ ਵਿੱਚ ਹੀ ਟਰੱਕ ਚਲਾ ਰਿਹਾ, ਕੀ ਮੈਨੂੰ ਲੌਗ ਬੁੱਕ ਦੀ ਜ਼ਰੂਰਤ ਹੈ? ਹਾਂਜੀ, ਐਕਚੁਅਲੀ ਮੈਨੂੰ ਉਹਨਾਂ ਨੇ ਕੁਐਸਚਨ ਜਿਹੜਾ ਹੈ ਉਹ ਇਹ ਪੁੱਛਣਾ ਹੋਇਆ ਕਿ ਕੀ ਉਹਨਾਂ ਨੂੰ ELD ਦੀ ਜ਼ਰੂਰਤ ਹੈ ਜਾਂ ਨਹੀਂ ਹੈ, ਕਿਉਂਕਿ ਲੌਗ ਬੁੱਕ ਤਾਂ ਖੈਰ ਚਲੋ ਚਾਹੀਦੀ ਹੈ, ELD ਉਹਨਾਂ ਨੂੰ ਜ਼ਰੂਰਤ ਹੈ ਜਾਂ ਨਹੀਂ ਹੈ। ਬਿਲਕੁਲ, ਜੇ ਉਹਨਾਂ ਕੋਲ MC ਅਥਾਰਟੀ ਹੈ ਤੇ ਇਹ ਥੋੜਾ ਜਿਹਾ TDS ਜਿਹਾ ਕੁਐਸਚਨ ਹੈਗਾ, ਕਿਉਂਕਿ ਬਹੁਤ ਵਾਰੀ ਔਰ ਸਾਨੂੰ ਇਹ ਕੁਐਸਚਨ ਅਕਸਰ ਸੱਜਣ ਪੁੱਛਦੇ ਵੀ ਹਨ, ਜਦੋਂ ਅਸੀਂ MC ਅਥਾਰਟੀ ਲੈਂਦੇ ਹਾਂ ਤੇ ਬਾਏ ਲਾ ਅਸੀਂ ਕੈਲੀਫੋਰਨੀਆ ਤੋਂ ਬਾਹਰ ਚੱਲਣਾ ਹੁੰਦਾ। ਅਸੀਂ ਇਸ ਕਰਕੇ MC ਅਥਾਰਟੀ ਲੈਂਦੇ ਹਾਂ ਕਿਉਂਕਿ ਜਦੋਂ ਅਸੀਂ ਇੰਟਰਸਟੇਟ ਕੰਟਰੈਕਟ ਕੈਰੀਅਰ ਅਥਾਰਟੀ ਹੈਗੀ ਹੈ, ਜਦੋਂ ਅਸੀਂ ਬਾਹਰ ਨੂੰ ਕੈਲੀਫੋਰਨੀਆ ਤੋਂ ਬਾਹਰ ਜਾਣਾ ਤੇ MC ਅਥਾਰਟੀ ਦੀ ਸਾਨੂੰ ਲੋੜ ਹੁੰਦੀ ਹੈ। ਜਦੋਂ ਅਸੀਂ MC ਅਥਾਰਟੀ ਲੈਂਦੇ ਹਾਂ ਤਾਂ ਸਾਡੇ ਉੱਤੇ ਜਿਹੜੇ ਫੈਡਰਲ ਦੇ ਲਾਅ ਹਨ ਉਹ ਸਾਡੇ ਉੱਤੇ ਇੰਪਲੀਮੈਂਟ ਹੁੰਦੇ ਹਨ। ਜੇਕਰ ਅਸੀਂ ਇਕੱਲੇ ਕੈਲੀਫੋਰਨੀਆ ਵਿੱਚ ਚੱਲਦੇ ਹਾਂ ਕੇਵਲ ਇੰਟਰਸਟੇਟ DOT CA ਨੰਬਰ ਔਰ ਮੋਟਰ ਕੈਰੀਅਰ ਪਰਮਿਟ ਲੈ ਕੇ, ਤੇ ਫਿਰ ਸਾਡੇ ਉੱਤੇ ਕੇਵਲ ਤੇ ਕੇਵਲ, ਕਿਉਂਕਿ ਸਾਡੇ ਕੋਲ ਫੈਡਰਲ ਅਥਾਰਟੀ ਨਾ ਹੋਣ ਕਰਕੇ ਸਾਨੂੰ ਕੇਵਲ ਤੇ ਕੇਵਲ ਅਸੀਂ ਕੈਲੀਫੋਰਨੀਆ ਸਟੇਟ ਦੇ ਜਿਹੜੇ ਲਾਅ ਆ ਉਹ ਸਾਡੇ ਉੱਤੇ ਇੰਪਲੀਮੈਂਟ ਹੁੰਦੇ ਹਨ। ਕੈਲੀਫੋਰਨੀਆ ਸਟੇਟ ਦਾ ਜੋ ਲਾਅ ਹੈ ਜਿਹਦੇ ਵਿੱਚ CA ਨੰਬਰ, ਇੰਟਰਸਟੇਟ DOT ਔਰ ਮੋਟਰ ਕੈਰੀਅਰ ਪਰਮਿਟ ਅਗਰ ਤੁਹਾਡੇ ਕੋਲ ਅਥਾਰਟੀਜ਼ ਹਨ ਤਾਂ ਫਿਰ ਤੁਸੀਂ ਕੈਲੀਫੋਰਨੀਆ ਵਿੱਚ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਜਿੱਥੇ ਮਰਜ਼ੀ ਵੀ ਬਿਨਾਂ ਇਲੈਕਟ੍ਰੋਨਿਕ ਲੌਗ ਬੁੱਕ ਜਾ ਸਕਦੇ ਹੋ। ਪਰ ਜਦੋਂ ਤੁਸੀਂ MC ਅਥਾਰਟੀ ਲੈਂਦੇ ਹੋ ਤਾਂ ਤੁਸੀਂ ਥੋੜਾ ਜਿਹਾ ਇੱਕ ਕੁਐਸਚਨ ਮਾਰਕ ਹੋ ਜਾਂਦਾ, ਥੋੜਾ ਜਿਹਾ ਗ੍ਰੇ ਏਰੀਆ ਆ ਜਾਂਦਾ ਕਿ ਹੁਣ ਤੁਹਾਡੇ ਕੋਲ MC ਅਥਾਰਟੀ ਹੈ ਜਿਹੜੀ ਕਿ ਤੁਹਾਨੂੰ ਕੈਲੀਫੋਰਨੀਆ ਤੋਂ ਬਾਹਰ ਚੱਲਣ ਲਈ ਅਲਾਉ ਕਰਦੀ ਹੈ। ਹੁਣ ਜੇਕਰ ਦੇਖਿਆ ਜਾਵੇ ਤਾਂ ਤੁਹਾਡੇ ਉੱਤੇ ਫਿਰ ਫੈਡਰਲ ਦਾ ਜਿਹੜਾ ਹੈਗਾ ਉਹ ਇੱਕ ਲਾਅ ਵੀ ਤੁਹਾਡੇ ਉੱਤੇ ਤੁਹਾਡੇ ਸਿਰ ਤੇ ਉੱਤੇ ਆਣ ਕੇ ਬੈਠਦਾ ਹੈ। ਉਹਦੇ ਤਹਿਤ ਤੁਸੀਂ 100/150 에ਅਰ ਮਾਈਲ ਜਿਹੜੇ ਹੈ ਉਹ ਉਸ ਤੋਂ ਅਗਰ ਉੱਪਰ ਜਾਂਦੇ ਆ ਤਾਂ ਫਿਰ ਤੁਹਾਨੂੰ ਜਿਹੜੀ ELD ਦੀ ਲੋੜ ਪਵੇਗੀ। ਜੀ। ਜੇਕਰ ਤੁਸੀਂ 150 ਮਾਈਲ ਤੋਂ ਥੱਲੇ ਰਹਿੰਦੇ ਹੋ ਤਾਂ ਫਿਰ ਤੁਹਾਨੂੰ ਇਲੈਕਟ੍ਰੋਨਿਕ ਲੌਗ ਬੁੱਕ ਦੀ ਲੋੜ ਨਹੀਂ ਪਵੇਗੀ। ਸੋ ਜੇਕਰ ਇਹ ਫ੍ਰਿਜ਼ਨੋ ਰਹਿੰਦੇ ਹਨ, ਲਗਭਗ ਸਮਝ ਲਓ ਕਿ ਉਧਰੋਂ ਬੇਕਰਸਫੀਲਡ ਤੱਕ, ਇਧਰੋਂ ਸਟਾਕਟਨ ਤੱਕ ਜਿਹੜਾ ਹੈਗਾ ਇਹਨਾਂ ਨੂੰ ਲੌਗ ਬੁੱਕ ਦੀ ਲੋੜ, ਸ਼ਾਇਦ ਬੇਰੀਆ ਵੀ ਕੁਝ ਏਰੀਆ ਬੇਰੀਆ ਦਾ ਵੀ ਆ ਜਾਵੇ, ਇਹਨਾਂ ਨੂੰ ਇੱਥੇ ਤੱਕ ਲੋੜ ਨਹੀਂ ਹੈ। ਪਰ ਇਹਨਾਂ ਨੂੰ ਇਹ ਕਨਫਿਊਜ਼ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਮੈਂ ਲੋਕਲ ਚੱਲਦਾ ਇਸ ਕਰਕੇ ਮੈਨੂੰ ਕਿਤੇ ਵੀ ਕੈਲੀਫੋਰਨੀਆ ਵਿੱਚ ਅਲਾਉ ਮੈਂ ਕੀਤਾ ਜਾ ਸਕਦਾ ਨਹੀਂ ਇਹਨਾਂ ਦੇ ਕੇਸ ਦੇ ਵਿੱਚ, ਕਿਉਂਕਿ ਇਹਨਾਂ ਕੋਲ MC ਅਥਾਰਟੀ ਹੋਣ ਕਰਕੇ ਅਗਰ ਇਹਨਾਂ ਦੀ ਬਿਟ ਇੰਸਪੈਕਸ਼ਨ ਆਉਂਦੀ ਹੈ ਜਿਹੜੀ ਕਿ ਕੈਲੀਫੋਰਨੀਆ ਹਾਈਵੇ ਪੈਟਰੋਲ ਕਰਦਾ ਹੈ, ਅਗਰ ਬਿਟ ਇੰਸਪੈਕਸ਼ਨ ਆਉਂਦੀ ਹੈ ਤਾਂ ਉਹਦੇ ਵਿੱਚ ਉਹਨਾਂ ਨੂੰ ਇਹ ਸਵਾਲ ਨਹੀਂ ਪੁੱਛਿਆ ਜਾਏਗਾ। ਬੇਸ਼ੱਕ 500 ਮੀਲ ਜਾਂਦੇ ਹਨ ਕੈਲੀਫੋਰਨੀਆ ਦੇ ਅੰਦਰ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ, ਤਾਂ ਉਹ ਲੌਗ ਬੁੱਕ ਜਿਹੜੀ ਪੇਪਰ ਵਾਲੀ ਆ ਉਹਨੂੰ ਅਲਾਉ ਕਰਨਗੇ, ਉੱਤੇ ਕੋਈ ਕੁਐਸਚਨ ਮਾਰਕ ਨਹੀਂ ਕਰਨਗੇ। ਪਰ ਜੇਕਰ ਇਹਨਾਂ ਕੋਲ MC ਅਥਾਰਟੀ ਹੋਣ ਕਰਕੇ ਅਗਰ ਇਹਨਾਂ ਦਾ ਫੈਡਰਲ ਦਾ ਆਡਿਟ ਆਉਂਦਾ ਤਾਂ ਉਹਦੇ ਵਿੱਚ ਇੱਕ ਕਸੂਰਵਾਰ ਪਾਏ ਜਾਣਗੇ ਅਗਰ ਇਹ 150 ਮੀਲ ਤੋਂ ਉੱਪਰ ਇਲੈਕਟ੍ਰੋਨਿਕ ਲੌਗ ਬੁੱਕ ਤੋਂ ਬਗੈਰ ਜਾਂਦੇ ਹਨ। ਸੋ ਮੇਰੀ ਸੁਜੈਸ਼ਨ ਇਹਨਾਂ ਨੂੰ ਇਹ ਹੈ ਕਿ ਅਗਰ ਇਹਨਾਂ ਨੇ 150 ਮੀਲ ਤੋਂ ਉੱਪਰ ਜਾਣਾ ਹੈ ਤਾਂ ਇਹ ELD ਲਗਵਾਉਣ, ਅਗਰ ਇਹਨਾਂ ਨੇ 150 ਮੀਲ ਤੋਂ ਥੱਲੇ ਰਹਿਣਾ ਆ ਤਾਂ ਇਹ ਪੇਪਰ ਲੌਗ ਬੁੱਕ ਯੂਜ਼ ਕਰ ਸਕਦੇ ਹਨ। ਪਰ ਇਹਦੇ ਨਾਲ ਉਹ ਬਾਕੀ ਉਹਨਾਂ ਲੋਕਾਂ ਦੇ ਨਾਲ ਕਨਫਿਊਜ਼ ਨਾ ਹੋਣ ਜਿਨ੍ਹਾਂ ਕੋਲ MC ਅਥਾਰਟੀ ਨਾ ਹੋਣ ਕਰਕੇ ਉਹ 100-150 ਮੀਲ ਤੋਂ ਉੱਪਰ ਟਰੱਕ ਬਿਨਾਂ ELD ਤੋਂ ਚਲਾਉਂਦੇ ਹਨ, ਕਿਉਂਕਿ ਉਹਨਾਂ ਦੇ ਕੋਲ MC ਅਥਾਰਟੀ ਨਾ ਹੋਣ ਕਰਕੇ ਉਹਨਾਂ ਨੂੰ ਪੂਰੇ ਕੈਲੀਫੋਰਨੀਆ ਵਿੱਚ ਕਿਤੇ ਵੀ ਜਾਣ ਦੀ ਖੁੱਲ੍ਹ ਹੁੰਦੀ ਹੈ ਵਿਦਆਊਟ ELD। ਪਰ ਇਹਨਾਂ ਕੋਲ MC ਅਥਾਰਟੀ ਹੋਣ ਕਰਕੇ ਇਹਨਾਂ ਨੂੰ ਉਹ ਖੁੱਲ੍ਹ ਜਿਹੜੀ ਆ ਉਹ ਨਹੀਂ ਮਿਲ ਸਕਦੀ। ਸੋ ਬੈਟਰ ਹੈ ਕਿ ਉਹ ਇਹ ਟਰੱਕ 150 ਮੀਲ ਤੋਂ ਉੱਪਰ ਅਗਰ ਜਾਂਦੇ ਆ ਤਾਂ ਉਹ ਪੇਪਰ ਲੌਗ ਬੁੱਕ ਜਿਹੜਾ ਉਹ ਨਾ ਯੂਜ਼ ਕਰਨ।
ਠੀਕ ਹੈ। ਸੋ ਉਮੀਦ ਹੈ ਜਰਮਨ ਸਿੰਘ ਜੀ ਤੁਹਾਨੂੰ ਤੁਹਾਡੇ ਜਿਹੜੇ ਸਵਾਲ ਦਾ ਜਵਾਬ ਜ਼ਰੂਰ ਮਿਲ ਗਿਆ ਹੋਵੇਗਾ। ਅਗਲੇ ਸਵਾਲ ਬਾਅਦ ਅਸੀਂ ਟਾਂਡਾ ਸਾਹਿਬ ਰੁਕ ਕਰ ਲੈਂਦੇ ਹਾਂ ਔਰ ਅਗਲਾ ਸਵਾਲ ਜਿਹੜਾ ਹੈਗਾ ਸੈਨ ਫਰਾਂਸਿਸਕੋ ਤੋਂ ਹਰਮੀਤ ਸਿੰਘ ਦਾ ਸਵਾਲ ਹੈਗਾ ਔਰ ਹਰਮੀਤ ਸਿੰਘ ਕਹਿ ਰਹੇ ਨੇ ਕਿ ਮੈਨੂੰ ਓਰੇਗਨ ਸਟੇਟ ਵਿੱਚ ਪਰਮਿਟ ਨਾ ਹੋਣ ਕਰਕੇ ਟਿਕਟ ਮਿਲ ਗਈ ਹੈ। ਮੈਂ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਕਿ ਓਰੇਗਨ ਸਟੇਟ ਦੇ ਪਰਮਿਟ ਬਾਰੇ ਤੁਸੀਂ ਮੈਨੂੰ ਕੀ ਸਲਾਹ ਦੇਣਾ ਚਾਹੋਗੇ ਕਿ ਪਰਮਿਟ ਲੈਣ ਬਾਰੇ ਜਾਣਕਾਰੀ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ। ਹਾਂਜੀ ਬਲਿੰਦਰ ਜੀ, ਇਹ ਵੀ ਇੱਕ ਬੜਾ ਕਾਮਨ ਜਿਹਾ ਪ੍ਰੋਬਲਮ ਹੈਗੀ ਹੈ। 4 ਸਟੇਟ ਅਮਰੀਕਾ ਦੇ ਵਿੱਚ ਐਸੀਆਂ ਹਨ ਜਿਹੜੀਆਂ ਤੁਹਾਨੂੰ ਆਪਣੇ ਅਲਾਇਦਾ ਪਰਮਿਟ ਲੈਣ ਲਈ ਮਜਬੂਰ ਕਰਦੀਆਂ, ਜਿਨ੍ਹਾਂ ਵਿੱਚ ਕਿ ਨਿਊ ਮੈਕਸੀਕੋ, ਕੰਟਕੀ, ਨਿਊਯਾਰਕ ਤੇ ਓਰੇਗਨ ਆਉਂਦੀ ਹੈ। ਓਰੇਗਨ ਜਿਹੜੀ ਹੈਗੀ ਆ, ਬਾਕੀ ਸਾਰੀਆਂ ਸਟੇਟਸ ਜਿਹੜੀਆਂ ਉਹਨਾਂ ਦੇ ਪਰਮਿਟ ਸਿਸਟਮ ਜਿਹੜਾ ਆ ਉਹ ਤੁਸੀਂ ਆਨਲਾਈਨ ਜਾ ਕੇ ਅਪਲਾਈ ਕਰ ਸਕਦੇ ਹੋ, ਤੁਹਾਨੂੰ ਮਿਲ ਜਾਂਦਾ ਹੈ। ਪਰ ਜਿਹੜੀ ਓਰੇਗਨ ਸਟੇਟ ਆ, ਇਹਦਾ ਥੋੜਾ ਜਿਹਾ ਸਵਾਲ ਪਚੀਦਾ ਹੈ। ਇੱਥੇ 2 ਤਰ੍ਹਾਂ ਦਾ ਪਰਮਿਟ ਸਿਸਟਮ ਹੈ, ਇੱਕ ਹੈ ਕਿ ਪ੍ਰੀ ਟ੍ਰਿਪ ਪਰਮਿਟ, ਇੱਕ ਹੈ ਪਰਮਾਨੈਂਟ ਪਰਮਿਟ। ਜਿਹੜੇ ਸੱਜਣ ਅਕਸਰ ਈਸਟ ਵਾਲੇ ਪਾਸੇ ਨੂੰ ਜਾਂਦੇ ਹਨ ਤੇ ਓਰੇਗਨ ਕਦੇ ਕਦਾਈ ਵਿੱਚ ਵਿਚਾਲੇ ਕੋਈ ਇੱਕ ਅੱਧਾ ਜਾਂ 2, 4, 5 ਟ੍ਰਿਪ ਸਾਲ ਦੇ ਲਾਉਂਦੇ ਆ, ਉਹਨਾਂ ਨੂੰ ਹਮੇਸ਼ਾ ਅਸੀਂ ਰਿਕਮੈਂਡ ਕਰਦੇ ਹਾਂ ਕਿ ਉਹ ਆਪਣਾ ਜਿਹੜਾ ਹੈਗਾ ਉਹ ਟ੍ਰਿਪ ਪਰਮਿਟ, ਪ੍ਰੀ ਟ੍ਰਿਪ ਪਰਮਿਟ ਜਿਹੜਾ ਹੈ ਉਹ ਲੈਣ। ਉਹਦੇ ਵਿੱਚ ਉਹ ਆਪਣਾ ਉਹਦਾ 503 ਏਰੀਆ ਕੋਡ ਹੈ, ਜਿਹਦੇ ਨੂੰ ਉਹ ਕਾਲ ਕਰਕੇ ਔਨ ਓਵਰ ਦਾ ਫੋਨ 2-3 ਮਿੰਟ ਦਾ 4 ਮਿੰਟ ਦਾ ਪ੍ਰੋਸੈਸ ਹੈ, ਜਿਹਦੇ ਵਿੱਚ ਉਹ ਪਰਮਿਟ ਲੈ ਸਕਦੇ ਹਨ। ਉਹਨਾਂ ਕੋਲ 20 ਸੈਂਟ ਅੱਜ ਕੱਲ੍ਹ ਸ਼ਾਇਦ ਉਹਨਾਂ ਦਾ ਰੇਟ ਹੈ ਪਰ ਮਾਈਲ, ਔਰ 20 ਸੈਂਟ ਦੇ ਹਿਸਾਬ ਨਾਲ ਜਿੰਨੇ ਵੀ ਉਹਨਾਂ ਨੇ ਮਾਈਲਸ ਓਰੇਗਨ ਵਿੱਚ ਟਰੈਵਲ ਕਰਨਾ ਹੁੰਦਾ, ਤੁਹਾਨੂੰ ਮਾਈਲਸ ਪੁੱਛਦੇ ਆ ਔਰ ਤੁਹਾਡਾ ਰਾਊਟ ਪੁੱਛਦੇ ਆ, ਔਰ ਰਾਊਟ ਦੇ ਹਿਸਾਬ ਨਾਲ ਤੁਹਾਨੂੰ ਤੁਹਾਡੀਆਂ ਸਾਰੀਆਂ ਜਿਹੜੀਆਂ ਮਾਈਲਸ ਕੈਲਕੂਲੇਟ ਕਰਕੇ ਤੁਹਾਡੇ ਕੋਲ ਪੈਸੇ ਪ੍ਰੀ ਟ੍ਰਿਪ ਦੇ ਪੈਸੇ ਜਿਹੜੇ ਉਹ ਤੁਹਾਡੇ ਕ੍ਰੈਡਿਟ ਕਾਰਡ ਤੇ ਚਾਰਜ ਕਰਕੇ ਤੁਹਾਨੂੰ ਟ੍ਰਿਪ ਪਰਮਿਟ ਜਿਹੜਾ ਫੈਕਸ ਜਾਂ ਈਮੇਲ ਕਰ ਦਿੰਦੇ। ਸੋ ਜੇਕਰ ਤੁਸੀਂ ਇੱਕ ਸਿੰਗਲ ਟ੍ਰਿਪ ਜਿਹੜਾ ਕਦੀ ਕਦਾਈ ਜਾਣਾ ਹੈ, ਜਿਹਦੇ ਵਿੱਚ 12 ਤੋਂ ਅਗਰ ਤੁਸੀਂ ਘੱਟ ਟ੍ਰਿਪ ਸਾਲ ਦੇ ਲਾਉਂਦੇ ਹੋ ਤਾਂ ਫਿਰ ਤੁਸੀਂ ਇਹ ਪ੍ਰੀ ਟ੍ਰਿਪ ਨੂੰ ਹੀ ਪ੍ਰੈਫਰ ਕਰਨਾ ਚਾਹੀਦਾ। ਜੇਕਰ ਤੁਸੀਂ ਪਰਮਾਨੈਂਟਲੀ ਓਰੇਗਨ ਵੱਲ ਨੂੰ ਜਾਂਦੇ ਹੋ, ਵਾਸ਼ਿੰਗਟਨ ਜਾਂਦੇ ਹੋ, ਸੈਟਲ ਜਾਂਦੇ ਹੋ ਜਾਂ ਕੈਨੇਡਾ ਨੂੰ ਜਾਂਦੇ ਹੋ, ਵੈਨਕੂਵਰ ਨੂੰ ਜਾਂਦੇ ਹੋ, ਤਾਂ ਤੁਹਾਨੂੰ ਅਕਸਰ ਇਹਦੇ ਵਿੱਚ ਲੰਘਣਾ ਪੈਂਦਾ। 12 ਵਾਰ ਤੋਂ ਵੱਧ ਟ੍ਰਿਪ ਲਾਉਣੇ ਪੈਂਦੇ ਹਨ, 12 ਤੋਂ ਵੱਧ ਤੁਹਾਨੂੰ ਇੰਟਰ ਕਰਨਾ ਪੈਂਦਾ ਓਰੇਗਨ ਦੇ ਵਿੱਚ। ਤਾਂ ਫਿਰ ਜਿਹੜਾ ਉਹਨਾਂ ਦਾ ਪੱਕਾ ਪਰਮਿਟ, ਜਿਹਨੂੰ ਅਸੀਂ ਪਰਮਾਨੈਂਟ ਪਰਮਿਟ ਕਹਿੰਦੇ ਆ, ਉਹ ਲੈਣਾ ਪੈਂਦਾ, ਜਿਹਦੇ ਵਿੱਚ ਤੁਹਾਨੂੰ $2000 ਦਾ ਮਿਨੀਮਮ ਇੱਕ ਟਰੱਕ ਦਾ ਬੌਂਡ ਫਾਈਲ ਕਰਨਾ ਪੈਂਦਾ ਔਰ ਉਹ ਐਪਲੀਕੇਸ਼ਨ ਤੁਸੀਂ ਸੈਪਰੇਟ ਭਰ ਕੇ ਤੁਹਾਨੂੰ ਜਿਹੜੇ ਫਾਈਲ ਨੰਬਰ ਇਸ਼ੂ ਹੁੰਦਾ, ਫਾਈਲ ਨੰਬਰ ਇਸ਼ੂ ਹੋਣ ਤੋਂ ਬਾਅਦ ਤੁਸੀਂ ਉਸ ਫਾਈਲ ਨੰਬਰ ਦੇ ਅਗੇਂਸਟ $2000 ਦਾ ਬੌਂਡ ਜਿਹੜਾ ਆ ਉਹ ਬਣਾ ਕੇ ਦੇਣਾ ਹੁੰਦਾ ਔਰ ਤੁਹਾਨੂੰ ਫਿਰ ਪ੍ਰੀ ਟ੍ਰਿਪ ਪਰਮਿਟ ਲੈਣ ਦੀ ਜ਼ਰੂਰਤ ਨਹੀਂ ਹੁੰਦੀ। ਪਰ ਪੈਸੇ ਫਿਰ ਵੀ ਲਗਭਗ ਤੁਹਾਡੇ ਓਨੇ ਹੀ ਤੁਹਾਨੂੰ ਦੇਣੇ ਪੈਂਦੇ ਹਨ, ਪਰ ਉਹਦੇ ਵਿੱਚ ਤੁਹਾਡੇ ਕੋਲ ਫੈਸਿਲਿਟੀ ਇਹ ਹੁੰਦੀ ਹੈ ਕਿ ਤੁਸੀਂ ਹਰ ਮਹੀਨੇ ਜਾ ਕੇ ਉਹਨਾਂ ਦੀ ਆਨਲਾਈਨ ਫਾਈਲਿੰਗ ਕਰਨੀ ਹੁੰਦੀ ਹੈ। ਜਿੰਨੀਆਂ ਟੋਟਲ ਮੀਲਾਂ ਤੁਸੀਂ ਉਸ ਓਰੇਗਨ ਦੇ ਵਿੱਚ ਟਰੈਵਲ ਕੀਤੀਆਂ ਹਨ, ਉਨੀਆਂ ਮੀਲਾਂ ਤੁਸੀਂ ਡਿਕਲੇਅਰ ਕਰਕੇ ਲਗਭਗ 20 ਸੈਂਟ ਦੇ ਹਿਸਾਬ ਨਾਲ ਫਿਰ ਤੁਹਾਨੂੰ ਪੈਸੇ ਪੇ ਕਰਨੇ ਆ। ਪਰ ਤੁਹਾਡੀ ਹਰ ਵਾਰ ਫੋਨ ਕਰਕੇ ਜਿਹੜੀ ਹੈਗੀ ਆ ਪਰਮਿਟ ਲੈਣ ਦੀ ਹੈਸਲ ਜਿਹੜੀ ਆ ਉਹ ਤੋਂ ਤੁਹਾਡਾ ਬਚਾਅ ਹੋ ਜਾਂਦਾ। ਸੋ ਜੇਕਰ ਇਹਨਾਂ ਦੇ ਹੁਣ ਆਪਰੇਸ਼ਨ ਤੇ ਡਿਪੈਂਡ ਕਰਦਾ ਕਿ ਇਹ 10-12 ਵਾਰ ਤੋਂ ਵੱਧ ਜਾਂਦੇ ਹਨ ਜਾਂ ਘੱਟ ਜਾਂਦੇ ਹਨ। ਜੇਕਰ ਵੱਧ ਜਾਂਦੇ ਹਨ ਤਾਂ ਪਰਮਾਨੈਂਟ ਪਰਮਿਟ ਲੈਣਾ ਇਹਨਾਂ ਦੀ ਮਜਬੂਰੀ ਹੈ, ਕਿਉਂਕਿ 12 ਪਰਮਿਟ ਸਾਲ ਤੋਂ ਬਾਅਦ ਉਹ ਪਰਮਿਟ ਇਸ਼ੂ ਨਹੀਂ ਕਰਦੇ। ਸੋ ਉਹ ਤੁਹਾਨੂੰ ਫਿਰ ਕੰਪੈਲ ਕਰਦੇ ਆ ਕਿ ਤੁਸੀਂ ਪਰਮਾਨੈਂਟ ਪਰਮਿਟ ਲਓ। ਪਰ ਜੇਕਰ ਇਹ ਸਾਲ ਦਾ 10-12 ਵਾਰ ਤੋਂ ਘੱਟ ਜਾਂਦੇ ਹਨ ਤਾਂ ਫਿਰ ਮੈਂ ਸਮਝਦਾ ਕਿ ਇਹਨਾਂ ਨੂੰ ਪ੍ਰੀ ਟ੍ਰਿਪ ਉੱਥੇ ਬਾਰਡਰ ਇੰਟਰ ਕਰਨ ਤੋਂ ਪਹਿਲਾਂ ਲੈਣਾ ਚਾਹੀਦਾ ਹੈ। ਅਗਰ ਇਹਨਾਂ ਕੋਲ ਪਰਮਿਟ ਨਹੀਂ ਹੈ ਤੇ $465 ਦੀ ਮਿਨੀਮਮ ਟਿਕਟ ਹੈ ਔਰ ਫਿਰ ਉਹ ਇਸ ਤਰ੍ਹਾਂ ਵੀ ਨਹੀਂ ਕਿ ਤੁਹਾਨੂੰ ਸਕੇਲ ਤੇ ਖੜੇ ਹੋ ਕੇ ਕਹਿਣਗੇ ਭਾਈ ਹੁਣ ਪਰਮਿਟ ਲੈ ਲਓ, ਤੁਹਾਨੂੰ ਮਾਫੀ ਦੇ ਦਿੰਦੇ ਆ। ਵਾਂਸ ਯੂ ਐਂਟਰ ਇਨ ਦੇਅਰ ਉਹ ਤੁਹਾਡੇ ਕੋਲ $465 ਬਕਾਇਦਾ ਚਾਰਜ ਕਰਦੇ ਆ ਔਰ ਉਹਦੀ ਸ਼ਾਇਦ ਹੀ ਕਿਤੇ ਕੋਈ ਮਾਫੀ ਹੋਵੇ। ਸੋ ਇਹ ਓਰੇਗਨ ਸਟੇਟ ਤੋਂ ਥੋੜਾ ਜਿਹਾ ਬਚ ਕੇ ਰਹਿਣਾ ਪੈਂਦਾ, ਕਿਉਂਕਿ ਜਿੰਨੇ ਕੁ ਪੈਸੇ ਤੁਸੀਂ ਉਸ ਟ੍ਰਿਪ ਦੇ ਵਿੱਚ ਤੁਸੀਂ ਬਚਾਉਣੇ ਹੁੰਦੇ ਆ ਲਗਭਗ ਉਹ ਸਾਰੇ ਪੈਸੇ ਲੈ ਜਾਂਦੇ ਆ। ਸੋ ਓਰੇਗਨ ਸਟੇਟ ਜਿਹੜੀ ਹੈ ਇਸ ਮਾਮਲੇ ਵਿੱਚ ਕਾਫੀ ਖਤਰਨਾਕ ਸਟੇਟ ਹੈ। ਕਾਫੀ ਵੀ ਹੈ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਔਰ ਹਰਮੀਤ ਜੀ ਉਮੀਦ ਕਰਦੇ ਹਾਂ ਕਿ ਤੁਹਾਡੇ ਜਿਹੜਾ ਸਵਾਲ ਦਾ ਜਵਾਬ ਹੈ ਜ਼ਰੂਰ ਤੁਹਾਨੂੰ ਮਿਲ ਗਿਆ ਹੋਏਗਾ। ਸੋ ਟਾਂਡਾ ਸਾਹਿਬ, ਇਹ ਸੀ ਅੱਜ ਦਾ ਸਾਡਾ ਐਪੀਸੋਡ ਔਰ ਜਿਹੜੇ ਸਾਡੇ ਸਵਾਲ ਸੀਗੇ ਆਪਣੇ ਦਰਸ਼ਕਾਂ ਦੇ ਉਹਦੇ ਬਖੂਬੀ ਤੁਸੀਂ ਜਵਾਬ ਵੀ ਦਿੱਤੇ। ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਤੁਹਾਡੇ ਜਿਹੜੇ ਜਵਾਬ ਨੇ ਉਹ ਬਿਲਕੁਲ ਪਸੰਦ ਆਏ ਹੋਣਗੇ ਔਰ ਤੁਹਾਡੇ ਦੱਸੇ ਹੋਏ ਨਕਸ਼ੇ ਕਦਮਾਂ ਤੇ ਜ਼ਰੂਰ ਉਹ ਚੱਲਣ ਦੀ ਕੋਸ਼ਿਸ਼ ਕਰਨਗੇ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਅੱਜ ਜੁੜਨ ਦੇ ਲਈ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਸਾਰੀ ਟੀਮ ਦਾ, ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਜਿਹੜਾ ਪਿਆਰ ਤੁਸੀਂ ਸਾਰੇ ਦਰਸ਼ਕ ਜਿਹੜਾ ਸਾਨੂੰ ਦਿੰਦੇ ਹਨ ਔਰ ਤੁਸੀਂ ਜਿਹੜਾ ਸਾਨੂੰ ਇਹ ਨਵਾਜ਼ਦੇ ਹੋ। ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਤੇ ਤੁਹਾਡਾ ਔਰ ਸਾਰੀ ਤੁਹਾਡੀ ਟੀਮ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਦਰਸ਼ਕਾਂ ਨੂੰ ਜੇਕਰ ਅੱਜ ਦਾ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇਗਾ, ਉਮੀਦ ਕਰਦੇ ਹਾਂ ਤੁਸੀਂ ਆਪਣੇ ਸਾਨੂੰ ਸੁਝਾਅ ਭੇਜ ਸਕਦੇ ਹੋ, ਤੁਸੀਂ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ ਜੋ ਅਸੀਂ ਆਪਣੇ ਮਾਹਰਾਂ ਤੋਂ ਪੁੱਛਾਂਗੇ। ਸਾਡੇ ਜਿਹੜੇ ਸਵਾਲਾਂ ਦੇ ਜਵਾਬ ਸਾਡੇ ਮਾਹਰ ਦੇਣਗੇ। ਸਾਡਾ ਈਮੇਲ ਪਤਾ ਹੈ info@cktimetv.com
bhalinda.com ਸਾਡਾ WhatsApp ਨੰਬਰ ਹੈ, ਤੁਸੀਂ WhatsApp ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਹੋ, ਆਪਣੇ ਸਵਾਲ ਭੇਜ ਸਕਦੇ ਹੋ। ਨੰਬਰ ਰਹੇਗਾ +1 209 275 3038 ਅਤੇ ਮੇਰਾ Facebook ਪੇਜ ਹੈ @bhalinderofficial। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਤੁਸੀਂ ਵੇਖ ਰਹੇ ਸੀ ਸਾਡਾ ਖਾਸ ਪ੍ਰੋਗਰਾਮ ਨਾਰਥ ਅਮਰੀਕਾ ਟਰੱਕਿੰਗ ਸ਼ੋ।